ਫਸਟ ਕਰਵੇ ਤੇ ਮੰਮੀ ਮੈਨੂੰ ਕਹਿੰਦੇ ਚੱਲ ਅੱਜ ਤੈਨੂੰ ਜੀਨਸ ਟੌਪ ਦਵਾ ਕੇ ਆਨੀ ਮੈਂ ਇੰਨੀ ਖੁਸ਼ ਕਹਿੰਦੇ ਸੱਚੀ ਮੰਮੀ ਮਨੇ ਹਾਂ ਚੱਲ ਮੈਂ ਕਹਾ ਤੁਸੀਂ ਘੁੰਗਟ ਕੱਢਿਆ ਕਦੇ? ਨਹੀਂ ਘੁੰਗਟ ਨਹੀਂ ਕੱਢਿਆ हमने बड़ा ਕੱਢਿਆ ਹਰਿਆਣਵੀ ਨੂੰ ਨੇ ਘੁੰਗਟ ਨਹੀਂ ਕੱਢਿਆ नहीं मैंने निकलवाया ही नहीं ਮੈਨੂੰ ਕਿਹਾ ਵੀ निकलवाया नहीं मैंने चुन्नी चानी सब तरवा दी जैसे सैर करने गए शाम ने तो इसने चुन्नी उठानी तेरा अंकल का चुन्नी मैंने रख दी इसने रहने दे क्या किस सामने की भी आप सच में सासू माँ हो? सासू माँ बिल्कुल सासू माँ पूछो तो इसलिए हमारा सास कार बहू का रिश्ता नहीं है तो माँ बेटी वर्गा रिश्ता है हमारा ये भी है आपकी मम्मी का दौरा जाके मतलब मैं जानती नहीं बहुत रेयर मतलब अगर जाऊंगी भी सिर्फ घंटा आधा घंटा बस ਕਦੇ ਤਾਨਾ ਜਾਂ ਗੁੱਸੇ 'ਚ ਨਹੀਂ ਕਿਹਾ ਤੈਨੂੰ ਰੋਟੀ ਨਹੀਂ ਬਣਾਣੀ ਆਉਂਦੀ ਸੀਗੀ ਕੁਝ कदे भी नहीं कदे भी नहीं क्योंकि मैंने सिखाना था इसने काम और सीख भी कितना टाइम लग गया 10 दिन 15 दिन बस ਮੈਨੂੰ ਲੱਗਦਾ ਤੁਸੀਂ ਆਪਦੇ ਮੁੰਡੇ ਦਾ ਜਦੋਂ ਵਿਆਹ ਕੀਤਾ ਹੋਣਾ ਤੁਸੀਂ ਕਹਿਣਾ ਮੁੰਡਾ ਤੂੰ ਚੱਲ ਦੇਖ ਲਾਂਗੇ ਮਤਲਬ ਕੁੜੀ ਦੇ ਪੂਰੇ ਸ਼ੌਂਕ ਪੁਗਾਣੇ मैं तो इसके ब्याह में खूब नच्चियां ਪਰ ਮਤਲਬ ਸੱਚੀ ਸਾਡੀ ਫੈਮਿਲੀ ਚ ਦੂਰ ਦੂਰ ਤੱਕ ਕਿਸੇ ਦੀ ਐਵੇਂ ਦੀ ਸੱਸ ਨਹੀਂ ਹੈਗੀ ਟੱਚ ਵੁੱਡ ਮਤਲਬ ਸਾਨੂੰ ਮੇਰੇ ਫਰੈਂਡ ਸਰਕਲ ਚ ਲਗਾ ਲਓ ਸਾਡੇ ਜਿੱਥੇ ਮੈਂ ਰਹਿੰਦੀ ਆ ਉੱਥੇ ਲਗਾ ਲਓ ਸਾਰੇ ਇੱਕ ਇੱਕ ਜਣਾ ਕਹਿੰਦਾ ਮੇਰੇ ਆਫਿਸ ਚ ਵੀ ਸੱਚੀ ਤੇਰੀ ਸੱਸ ਵਰਗੀ ਤਾਂ ਕੋਈ ਹੈ ਹੀ ਨਹੀਂ कि लड़का की लड़की की कुंडली नहीं मिलानी चाहिए मिलती है सास बहू की कुंडली मिलानी बहुत जरूरी है उनकी कुंडली मिलाओ ਕਹਿੰਦੇ ਨਾ ਜੋ ਦਵਾਂਗੇ ਉਹੀ ਮਿਲੂਗਾ ਤਾਂ ਜਿਵੇਂ ਮੇਰੀ ਪ੍ਰੈਗਨੈਂਸੀ ਸੀ ਨਾ ਮੇਰਾ ਬੇਟਾ ਹੋਇਆ ਤਾਂ ਇਹਨਾਂ ਨੇ ਵੀ ਮਤਲਬ ਕਦੇ ਐ ਨਹੀਂ ਸੋਚਿਆ ਵੀ ਮੈਂ ਇਹਦੀ ਸਾਸਾਂ ਮੈਨੇ ਨੂੰ ਨੀ ਨਵਾਉਣਾ ਕਰਨਾ ਜਾਂ ਇੰਨੀ ਕੇਅਰ ਕਰੀ ਹੈ ਮੈਨੂੰ ਲੱਗਦਾ ਹੈ ਚਾਹੇ ਉਹ ਮੇਰੀ ਮੰਮੀ ਹੈ ਵੀ ਮੇਰੀ ਮੰਮੀ ਵੀ ਮੇਰੀ ਇੰਨੀ ਨਹੀਂ ਕਰ ਸਕਦੀ ਕਹਿੰਦੇ ਨਾ ਪ੍ਰੈਗਨੈਂਸੀ ਵਾਲਾ ਜੋ ਸੱਸ ਦਾ ਵਿਵਹਾਰ ਹੁੰਦਾ ਹੈ ਨੂੰਹ ਨਾਲ ਉਹ ਹਮੇਸ਼ਾ ਇਮੋਸ਼ਨਲ ਹੁੰਦਾ ਹੈ ਨੂੰ ਮੰਮੀ ਨੂੰ ਕਾਫੀ ਜਣਿਆਂ ਨੇ ਜਿਵੇਂ ਕਹਿ ਦਿੰਦੇ ਆਂਢ ਗੁਆਂਢ ਚ ਵੀ ਤੁਸੀਂ ਇੰਟਰਕਾਸਟ ਲਿਆ ਰਹੇ ਹੋ ਉਹਨਾਂ ਦੀ ਕੁੜੀ ਲਿਆ ਰਹੇ ਹੋ ਰਹਿਣੀ ਨਹੀਂ ਤਾਂ 2 ਮਹੀਨੇ ਵੀ ਕਲੇਸ਼ ਕਰੂਗੀ ਮਤਲਬ ਅਸੀਂ ਸਾਰਿਆਂ ਨੂੰ ਝੂਠ ਸਾਬਿਤ ਕਰਿਆ ਕਿ ਨਹੀਂ ਈਵਨ ਮੇਰੀ ਮੰਮੀ ਨੂੰ ਵੀ ਐ ਡਾਊਟ ਸੀ ਕਿ ਪਤਾ ਨਹੀਂ ਇਹ ਰਹੂਗੀ ਕਿ ਨਹੀਂ ਰਹੂਗੀ ਖੁਸ਼ ਰਹੂਗੀ ਅਸੀਂ ਮਤਲਬ ਸਾਨੂੰ ਹੁਣ ਇੰਨੀ ਖੁਸ਼ੀ ਹੁੰਦੀ ਹੈ ਵੀ ਅਸੀਂ ਸਭ ਨੂੰ ਝੂਠ ਸਾਬਿਤ ਕਰਕੇ ਵਧੀਆ ਰਹਿ ਰਹੇ ਹਾਂ तो मैं ये कहना चाहूँ ना सेवा बेटी करे ना बेटा करे क्योंकि बेटा ने तो नौकरी जाना बेटा तो थोड़ी सी बात पूछ लेगा कि मम्मी ठीक है कुछ चाहिए कुछ तकलीफ तो नहीं यही पूछेगा ना और जो बेटी है वो 2-4 दिन आके पूछ लेगी कि मम्मी ठीक है भाभी तो नहीं कुछ कह रही भाई तो नहीं कुछ कह रही तो सही सेवा तो बहू करेंगी पक्की में तो मैं तो न्यू ही कहना चाहूँ भी बुढ़ापा नहीं रलाना चाहिए क्योंकि आज हमारा टाइम है तो कल इनका भी टाइम आएगा ਅੱਛਾ ਜਦੋਂ ਤੁਸੀਂ ਫਰਸਟ ਸੈਲਰੀ ਆਪਣੇ ਸਾਰੇ ਸਾਹਿਬ ਨੂੰ ਦਿੱਤੀ भी देगा हम तो टेंशन फ्री हाँ मैं तो यूं ही घेरूंगी मैं तो सैलरी पापा ने देनी ਸ਼ੁਰੂ ਤੋਂ ਅਸੀਂ ਆਪਣੇ ਖਰਚੇ ਆਪ ਕਰੇ ਨੇ ਘਰ ਦੇ ਵੀ ਅਸੀਂ ਆਪਣੇ ਵੀ ਹਨਾ ਉਹ ਸਾਡਾ ਘਰ ਸਾਡੇ ਪਾਪਾ ਦੀ ਵਜ੍ਹਾ ਤੋਂ ਹੈ ਨਾ ਉਹ ਮੰਮੀ ਵੀ ਨਹੀਂ ਕਰ ਸਕਦੇ ਸਾਡਾ ਘਰ ਅੱਜ ਤੱਕ ਸਾਡੇ ਪਾਪਾ ਦੀ ਵਜ੍ਹਾ ਤੋਂ ਹੀ ਵਧੀਆ ਚੱਲ ਰਿਹਾ ਹੈ लड़कियां मिली बेटी मंगू ये मेरा सबसे बड़ा सपना है क्योंकि मैंने खुद हमारे मोहल्ला में काम बिगड़ता देखा है तो मैं नहीं कहूँगी संभाल लो इसने जो घर का जो बड़ा हुआ है ना वो थोड़ा संभाल ले तो शायद समझ जाएगा काम बिगड़ेगा नहीं मेरी तो ये नेचर है ਸਤਿ ਸ਼੍ਰੀ ਅਕਾਲ ਜੀ ਸ਼ਿੱਦਤ ਪੋਡਕਾਸਟ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ ਸਵਾਗਤ ਕਰਦੀ ਤੁਹਾਡਾ ਉਮੀਦ ਕਰਦੀ ਤੁਸੀਂ ਠੀਕ ਠਾਕ ਹੋਵੋਗੇ ਅੱਜ ਦਾ ਪੋਡਕਾਸਟ ਮੇਰਾ ਫੇਵਰਿਟ ਰਹਿਣ ਵਾਲਾ ਕਿਉਂਕਿ ਅੱਜ ਸਾਡੇ ਕੋਲ ਨਾ ਇੰਨਾ ਕਹਿੰਦੇ ਨੇ ਕਪਲ ਤੁਸੀਂ ਦੇਖਦੇ ਹੋ ਕਿ ਕਪਲ ਬੈਠੇ ਨੇ ਅੱਛਾ ਇਹ ਰਿਸ਼ਤਾ ਔਰ ਅੱਜ ਜੀ ਸੱਸ ਤੇ ਨੌਂ ਬੈਠੀਆਂ ਨੇ ਤੇ ਗੱਲਾਂ ਐਸੀਆਂ ਹੋਣ ਵਾਲੀਆਂ ਨੇ ਇੰਨਾ ਕੁਝ ਤੁਹਾਨੂੰ ਪਤਾ ਲੱਗੇਗਾ ਆਂਟੀ ਜੀ ਤਾਂ ਇੰਨੇ ਕੂਲ ਨੇ ਨਾ ਓਹੋ ਤੁਸੀਂ ਕਹੋਗੇ ਆ ਸਾਨੂੰ ਆਂਟੀ ਚਾਹੀਦੀ ਮੈਂ ਵੀ ਕਹਾਂਗੀ ਆਂਟੀ ਇੱਥੇ ਰਹਿ ਲਓ ਤੁਸੀਂ ਸੋ ਅੱਜ ਦਾ ਜਿਹੜਾ ਪੋਡਕਾਸਟ ਹੈ ਕਿ ਸੱਸ ਤੇ ਨੌਂ ਦਾ ਰਿਸ਼ਤਾ ਕਿਵੇਂ ਦਾ ਹੁੰਦਾ ਵੈਸੇ ਤਾਂ ਉਹ ਕਹਿੰਦੇ ਕਿ ਨੌਂ ਸੱਸ ਕੀ ਅਸੀਂ ਮਾਂ ਬੇਟੀ ਵਾਂਗ ਹੀ ਹੈਗੀਆਂ ਵਾ ਅਤੇ ਉਹੀ ਚੀਜ਼ ਨੂੰ ਅਪਣਾਉਣਾ ਚਾਹੀਦਾ ਕਿਸ ਤਰੀਕੇ ਨਾਲ ਅਗਰ ਕੋਈ ਕੁੜੀ ਆਈ ਆ ਤਾਂ ਸਾਡੀ ਜ਼ਿੰਮੇਵਾਰੀ ਉਹਨੂੰ ਖੁਸ਼ ਰੱਖਣਾ ਸੇਮ ਕੁੜੀ ਵੱਲੋਂ ਵੀ ਹੋਣਾ ਚਾਹੀਦਾ ਕਹਿੰਦੇ ਮੈਂ ਕਿੰਨੀ ਕੁ ਚੰਗੀ ਬਣ ਜੂੰਗੀ ਬਾਕੀ ਤੁਸੀਂ ਉਹਨਾਂ ਦੀ ਗੱਲਾਂ ਸੁਣਿਓ ਕੁੜੀ ਹੈਗੀ ਆ ਜੀ ਪੰਜਾਬ ਤੋਂ ਅਤੇ ਸਾਸੂ ਮਾਂ ਹੈਗੀ ਆ ਜੀ ਹਰਿਆਣੇ ਤੋਂ ਤਾਂ ਜੋੜੀ ਇਹਨਾਂ ਦੀ ਬਣੀ ਹੈ ਅਤੇ ਭਾਜੀ ਨੂੰ ਅਸੀਂ ਕਿ ਤੁਸੀਂ ਬੈਠੋ ਅਸੀਂ ਅੱਜ ਲੇਡੀਜ਼ ਵਾਲਾ ਪੋਡਕਾਸਟ ਕਰਨਾ ਸੋ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਿਹਤ ਕਿਵੇਂ ਆ सेहत बहुत बढ़िया बहुत बढ़िया आंटी आप सच में सासू माँ हो सासू माँ बिल्कुल सासू माँ पूछो ਪਹਿਲਾਂ ਤਾਂ ਵੀਡੀਓ ਦੇਖ ਕੇ ਨਾ ਇੱਦਾਂ ਲੱਗਦਾ ਹੈ ਕਿ ਸ਼ਾਇਦ ਮਾਂ ਬੇਟੀਆਂ ਨੇ ਇਹ ਤੁਸੀਂ ਮੰਮੀ ਕਰਕੇ ਫਿਰ ਮੈਂ ਕਿਹਾ ਨਹੀਂ ਆਂਟੀ ਬੜੀ ਸਹੀ ਹੈ ਮਤਲਬ ਬੜੀ ਤਾਰੀਫ ਵਾਲੀ ਗੱਲ ਹੈ ਇਹ ਚੀਜ਼ ਆਈ ਕਿੱਥੋਂ ਤੁਹਾਡੇ 'ਚ
ये न्यू आई, पहले मैं मेरा भी यो छोरा था, यो पढ़िया करता और ये भी पढ़िया करती। तो शुरू शुरू में मन कुछ लग गया डाउट। मैंने मेरा छोरा का पर्स फरोड़ लिया, फोन भी उठा लिया करती तो या फोन काट दिया करती, हेलो हेलो करती तो या फोन काट दिया करती। तो मैंने पक्का हो गया कि छोरा मेरा कोई चक्कर में है। तो मैंने एक दिन इसका पर्स देखा तो इसकी फोटो पाई छोटी सी। मैंने पूछा जोनी भाई तेरे पर्स में एक छोरी की फोटो है, वो किसकी है? बोले मम्मी वो तो सर्टिफिकेट बनवानी है किसी ने, उसलिए है। पर मैं माँ समझ गई, पक्की समझ गई मैं नहीं। तो मैं न्यू मन मन में रखती भाई यहाँ है कोई गड़बड़। फिर मैंने एक दिन कहा जोनी उरा बैठ मेरे पास। बोले हाँ मम्मी। मैं कहा यूँ ना समझिए मैं तेरी माँ हूँ, न्यू समझिए मैं तेरी एक फ्रेंड आ। मन ने खुल की बात बता भाई, जो मैंने फोटो देखा था ने उस दिन का मेरे मन में कुछ कुछ है। तो पहले मैं तो ये चुप कर गया, फिर इसने सारी बात बता दी। मैंने हो तो गई गड़बड़ भाई, क्योंकि इसका पापा ने नहीं मानना था। फिर मैं कतन कोई जिक्र नहीं करना, जब तेरा पापा का मूड ठीक होगा ना मैं आप ही पूछ लूंगी। फिर न्यू कई बार सैर सूर करने गई, मैंने न्यू लगा अपना ये कोई लड़की का चक्कर में, बोले ना अपना बच्चा नहीं करेंगे ये काम नहीं। फिर मूड देखता देखता मैं जल कर भी लिया तो कोई दिक्कतें नहीं है, दुनिया करे है। न्यू हौली 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 करती, फिर पता लग गया उसने भी, थोड़ा सा बोलने लग गया। ये के करा पढ़ान भेजा था भाई, ये अनका चक्राम पड़ गया। तो हौली हौली करता ये भी बोली मैंने कराना उससे ते ब्याह, ये भी बोलिया मैंने उससे तो कराना ब्याह। ये जो मेरा छोरा है ये सारी बात मेरे तो ही बता दिया करता। तो मन ने फिर हौली हौली करके मन आया, फिर भी नहीं मान्या। मन ने फिर अपनी लड़की और जमाई बुलाया, क्योंकि वो 1 घंटा वास्ते रहा करता, ज़्यादा नहीं आया करता। बस बोल देता इस टाइम आऊँगा, खाना वाना सब तैयार रखा करते। मैंने कहा कि बारी गाड़ी नहीं लेके आना, ट्रेन में ही आना। बोले ठीक है। तो फिर सारी बात समझाई, फिर उसने मेरी लड़की ने जमाई ने ये मनाया थोड़ा सा, फिर इनका होया। क्योंकि मैं पंजाब तो आम जिवें पता है ते मम्मी उरी हरियाणे तो कुछ पंडित ने, ਅਸੀਂ ਨਹੀਂ ਆ ਇੰਟਰਕਾਸਟ ਸੀ। इस चीज़ ਨੂੰ ਲੈ ਕੇ बहुत मुश्किल ਨਾਲ ਸਾਡੀ मैरिज हुई ਸੀ। बहुत ज़्यादा दिक्कत बड़ी आई है, पर मन ने कोई दिक्कत नहीं थी। मन ने फिर ये देखी भी नहीं थी बिल्कुल भी। इनका रिश्ता हो गया, फिर इनका इस देवानी थी बरी, बरी का कपड़ा जो मारा हुआ से। तो ये जोनी मैंने छोड़ आया, बोले मम्मी दिवा दियो। तो इसकी ये पतली सी होया करती बिल्कुल, ये हड्डी दिखा करती। तो जब बरी का कपड़ा दिवा के जब मुड़ान तेरा अंकल मेरे साथ फिर लड़ता आया, बोले यार क्या काम करेगी, हड्डी पसड़ी एक दिख रही है इसकी। मैं बोली कोई बात नहीं, मैं आप कर लूँगी खुआ पिया के। इसने जब इसकी शादी हो गई तो यूँ ला लो एक 43 सी बिफोर मैरिज, आफ्टर मैरिज में लगता 15-20 दिनों च मेरा 53 हो गया, मतलब कट्टा 10 kg एक महीना के अंदर अंदर इसका वह सूट था ना वो टाइट हो गया। बोले मम्मी मेरे सारे सूट हैं टाइट हो गए, ये खुलवाने हैं। मैं बोली चलो फटाफट काम करा दोनों जनिया ने। तो उठाई स्कूटरी और भागे। मैं बोली थम तो ये कह रहा था ना ये पतली है, ये क्या काम करेगी। तो देख ले 1 महीना के अंदर अंदर मन मोटी बना दी है। तो मान गया। हौली हौली मैंने सिंकी ने कहा सिंकी मेरा तो कुछ नहीं है, तेरा पापा का मन जीत ले, इस घर में राज करेगी। तो यूं ना ले ये जॉब करा है। तो 1 महीना के बाद जो पे इसकी आई है, लो पापा। तो थोड़ा सा चौंक गया। मैं बोली कास्ट का कुछ नहीं होता, ये देखो लड़की का संस्कार। मतलब सानू मम्मी नू काफ़ी जनिया ने जिवें कह दिंदे आंढ गुआंढ च भी तुसी इंटरकास्ट लिया रहे हो, उन्हां दी कुड़ी लिया रहे हो, रहनी नहीं तो 2 महीने में कलेश करूगी। मतलब ਅਸੀਂ ਸਾਰਿਆਂ ਨੂੰ ਝੂਠ ਸਾਬਿਤ ਕਰਿਆ ਕਿ ਨਹੀਂ। ਈਵਨ ਮੇਰੀ ਮੰਮੀ ਨੂੰ ਵੀ ਐਂ ਡਾਊਟ ਸੀ ਕਿ ਪਤਾ ਨਹੀਂ ਇਹ ਰਹੂਗੀ ਕਿ ਨਹੀਂ ਰਹੂਗੀ, ਖੁਸ਼ ਰਹੂਗੀ। ਅਸੀਂ ਮਤਲਬ ਸਾਨੂੰ ਹੁਣ ਇੰਨੀ ਖੁਸ਼ੀ ਹੁੰਦੀ ਹੈ ਵੀ ਅਸੀਂ ਸਭ ਨੂੰ ਝੂਠ ਸਾਬਿਤ ਕਰਕੇ ਵਧੀਆ ਰਹਿ ਰਹੇ ਹਾਂ। एक बारी तेरा अंकल आया, ये बालाजी के मेम्बर है, तो बोले आ जाओ मेरे पास बैठो एक बारी। मैंने हाँ। कहते वो बालाजी मेम्बर वाला जो पंडित है ना वो न्यू कह रहा से शादी तो हो जाएगी पर 2 महीना नहीं रहेगी। तो थोड़ा सा मन भी होया, क्योंकि पता नहीं उसका छोरी का किस तरह का सुबह है, हो सका है। मैं बोली कोई बात नहीं, मैंने चाहे अपनी बहू का कपड़े धोने पड़े, यानी कि हमारा अपने हरियाणा में ना बहू के कपड़े धो ना जूठे बर्तन, हमारा असूल है हरियाणा में। हाँ, तो मैंने चाहे बहू के कपड़े धोने पड़े पर मैं आप उसने समझा लूँगी, क्योंकि
भाई जय इसकी थोड़ी मोटी हो जाती तो मन ने भी तो तेरा अंकल बोलता भाई तन्ने करवाया ये, तो इसने काम नहीं आया करता। अच्छा, काम नहीं आता। बिल्कुल, क्योंकि इसने पढ़ती पढ़ती नहीं जॉब मिल गई थी, तो इसकी मम्मी का आ गया था मेरे लव फोन कि मेरी बेटी ने काम नहीं आता। मैं बोली कोई बात नहीं, जय मैंने मेरी बेटी ने सिखाया है, अगर सीखना चाहेगी तो उसने भी मैं अपनी बेटी बन के काम सिखाऊंगी। तो इसने पहली बारी रसोई करवाऊं, हलवा बनाया तो कड़छी नहीं मारनी आई, मैंने बराबर में मेरी छोरी हवा खड़ी कर दी, तो उसने बनवा दिया तो बोले मम्मी भाभी ने नहीं बनाना होता, और देख यूँ ना करिए तन ये नहीं आया वो नहीं आया, जिस तरह तने मन ने प्यार से समझाया ना इस तरह भाभी ने समझाना है, क्योंकि इसका पापा नहीं है। तो बोले वो हमेशा यूं ही कही थी मेरी लड़की, भाई मम्मी भाभी ने जैसे मैं गड़का ला की रखी है ना यूं ही रखनी है, तोड़ की नहीं बगानी है। तो कुछ उसका मेरी जो लड़की का संस्कार था वो बोलना मेरे दिमाग में बैठ गया। तो कुछ एक हमारा जट्टा का आना जाना है सुनाम में, ठीक है, काली जाड़िए बोलने उनमें। अच्छा, जो उनका मतलब परिवार बहुत अच्छा है। उसने बोला भाई राज शादी तो होगी पर देखो यूं नहीं है तू सास है वो बहू है, तो यूं ही रहना है भाई, एक तो रसोई नहीं छोड़ना भाई, कल न तू रसोई छोड़ देगी उसने जॉब भी जाना है। तो उसने एक दो बात मेरे ताई उनकी बुजुर्ग ने मेरे ताई बहुत अच्छी समझाई भाई, क्योंकि उसके भी दो बहू हैं। तो मैंने सोची सारी बात बता दे, जिस तरह तू अपनी बहू राख रही है ना इस तरह ही मैं राखूं। तो उसने मेरे ताई समझाई, उसकी बात भी मेरे दिमाग में बैठ गई। तो इसलिए हमारा सास कार बहू का रिश्ता नहीं है, तो माँ बेटी वर्गा रिश्ता हमारा। तो यूं नहीं है कि मैं सास हूँ मैं अच्छी बनूं, कुछ इसमें भी तो गुण है ना। तो ये भी तो भाई मम्मी माननी आना इसने। बिल्कुल बिल्कुल, और आप अच्छे हो, हाँ। सामने से वो चीज ना हो, हाँ। आप कितने अच्छे बन जाओगे। ये भी है आपकी मम्मी का दौरा जाके, मतलब मैं जानती नहीं, बहुत रेयर है, बहुत मतलब कम। अगर जाऊंगी सिर्फ घंटा आधा घंटा बस ਇਹਨਾਂ ਦੀ ਯਾਦ ਆਉਂਦੀ ਹੋਣੀ ਘਰ ਵਾਲੇ ਤੋਂ ਵੱਧ। याद ही नहीं भी मैं रहन कदों गई हां उत्ते, ਘਰ ਵਾਲੇ ਤੋਂ ਵੱਧ ਇਹਨਾਂ ਦੀ ਯਾਦ ਆਉਂਦੀ ਹੈ। वो कहंदे हैं ना वो तो जाके भी मन फोन करेगी मम्मी खा लिया की कर रही है, मतलब फोन करेगी इतनी टेंशन रहा है। अगर मेरे कोई दिक्कत हो गई, ये पीछे से ये जो बुखार आया था चिकनगुनिया का, तो ये मेरे भी आया था, बहुत जबरदस्त आया था, तो छुट्टी ले ली, घर पर बैठ गई। तो उसमें जो दवाई दुई ली थोड़ी सी खारिश होया करती, मैं क्या बड़ी दिक्कत है सिंकी मन ने बहुत ज्यादा खारिश हुआ है कि मम्मी बैठो मैं नुआऊंगी थमने। तो देखो इसने बड़ी बाल्टी गर्म पानी की भर की, इसने बच्चा मंगू बैठाई, क्योंकि मेरे तो ना उठा जाया करता ना बैठा जाया करता। तो फिर मैंने सोचा ये बहू मन सही है, बिल्कुल ये चाहिए मन, बस मेरा यूं होया। ਕਹਿੰਦੇ ਨਾ ਜੋ ਦਵਾਂਗੇ ਉਹੀ ਮਿਲੂਗਾ। ਤਾਂ ਜਿਵੇਂ ਮੇਰੀ ਪ੍ਰੈਗਨੈਂਸੀ ਸੀ ਨਾ, ਮੇਰਾ ਬੇਟਾ ਹੋਇਆ, ਮੇਰੀ ਪ੍ਰੈਗਨੈਂਸੀ ਦੇ ਵਿੱਚ ਮੇਰਾ ਸਿਜ਼ੇਰੀਅਨ ਹੋਇਆ ਸੀ। ਤਾਂ ਇਹਨਾਂ ਨੇ ਵੀ ਮਤਲਬ ਕਦੇ ਐ ਨਹੀਂ ਸੋਚਿਆ ਵੀ ਮੈਂ ਇਹਦੀ ਸੱਸ ਆ, ਮੈਨੇ ਨੂੰ ਨਹੀਂ ਨਵਾਉਣਾ ਕਰਨਾ, ਜਾਂ ਇੰਨੀ ਕੇਅਰ ਕਰੀ ਹੈ। ਮੈਨੂੰ ਲੱਗਦਾ ਹੈ ਚਾਹੇ ਉਹ ਮੇਰੀ ਮੰਮੀ ਹੈ, ਵੀ ਮੇਰੀ ਮੰਮੀ ਵੀ ਮੇਰੀ ਇੰਨੀ ਨਹੀਂ ਕਰ ਸਕਦੀ। देखो करना पड़ा है ना, बहुत केयर करी है उस टाइम 'ਚ ਵੀ। ਕਹਿੰਦੇ ਨਾ ਪ੍ਰੈਗਨੈਂਸੀ ਵਾਲਾ ਜੋ ਸੱਸ ਦਾ ਵਿਵਹਾਰ ਹੁੰਦਾ ਨੂੰਹ ਨਾਲ, ਉਹ ਹਮੇਸ਼ਾ इमोशनल बहुत है। तो देखो ये तो करना पड़ा है ना, बाई चांस इसका नुक्स पड़ जाए तो सारी उम्र भुगतती ना। मतलब मेरे फ्रेंड सर्कल है, मैं सब दे सुनदी हाँ जो कहते हैं भी ਅਸੀਂ ਪ੍ਰੈਗਨੈਂਸੀ 'ਚ ਬਹੁਤ ਕੁਝ ਦੇਖਿਆ। ਸੱਸਾਂ ਉਹਨਾਂ ਦੇ ਨੇੜੇ ਵੀ ਨਹੀਂ ਲੱਗਦੀਆਂ, ਪਰ ਮੇਰੀ ਸੱਸ ਨੇ, ਮੇਰੀ ਨਨਾਣ ਨੇ ਵੀ ਈਵਨ ਦੋਨਾਂ ਨੇ ਮੈਨੂੰ ਬੱਚਿਆਂ ਵਾਂਗ ਮੈਨੂੰ ट्रीट ਕੀਤਾ ਪੂਰੀ ਪ੍ਰੈਗਨੈਂਸੀ ਦੇ ਵਿੱਚ। तो देखो इन्हें तो नहीं पता था, हमारे माँ तो बीती हुई थी ना भाई, ये नहीं खाना वो नहीं, ठंडा नहीं लेना, घर में खाना होता है तो गर्म ठंडे पानी तो नहीं नहाना। तो ये हमने पता था ना, वो ही समझाया इसने, और ये माननी भी है इस बात ने। तो आज ठीक है। नहीं तो जो ये जापे हैं ये जो खराब हो जाते हैं ना, ये फिर सारी जिंदगी देखो दुखी करते हैं। बिल्कुल। हाँ आंटी एक ਹੁੰਦਾ ਹੈ ਕਿ ਹਰਿਆਣੇ ਤੋਂ ਹੋ ਤੁਸੀਂ, ਹਨਾ, ਇੱਕਦਮ ਡਾਡੇ ਰੂਲ ਆ ਹੈ ਤਾਂ ਆਹ ਹੈ, ਇਦਾਂ ਕਰਨਾ, ਇੰਨੇ ਵਜੇ ਉੱਠਣਾ, ਇੰਨੇ ਵਜੇ ਸੋਣਾ, ਤਾਂ 1% ਵੀ ਉਹ ਚੀਜ਼ ਤੁਸੀਂ ਆਪਣੀ ਅਪਣਾਈ ਨਹੀਂ ਬਹੂ ਤੇ ਕਿ ਨਹੀਂ ਘੂੰਘਟ ਕੱਢੋ ਜੋ ਤੁਸੀਂ ਫੇਸ ਕੀਤਾ ਹੋਣਾ? क्योंकि इसका एक दिन हुआ संडे का, वो तो ये उठती है टाइम, ये काम करके भी जाती है मेरे साथ, पूरी हेल्प करवा के जावा। तो एक ही दिन तो मिला है ना, फिर मैं कहा ये सोती मैं भी सो जाऊंगी, सगों अच्छी है जो 9 बजे रोटी खावा 10 बजे खा लेंगे, कोई फर्क नहीं पड़ता, बच्ची की नींद पूरी हो जाएगी।
क्योंकि उस दिन तो टेंशन फ्री है ना, और उसमें 6 दिन तो टेंशन है, उठना जाना जाना, मतलब सुबह कुछ नहीं बन पाता। फिर इसका टिफिन मैं बनाती हूँ। ਮਤਲਬ ਛੁੱਟੀ ਵਾਲੇ ਦਿਨ ਮੈਂ ਸੁੱਤੀ ਹੁੰਨੀ ਆ ਆਰਾਮ ਨਾਲ, ਮੇਰੇ ਬੇਟੇ ਦੀ ਵੈਨ ਹੁੰਦੀ ਹੈ ਤਾਂ ਉਸਨੂੰ ਤਿਆਰ ਆਪਣੇ ਦਾਦੂ ਤੋਂ ਤਿਆਰ ਹੋਗਾ, ਦਾਦੂ ਨੇ ਤਿਆਰ ਕਰਨਾ, ਬਰਸ਼ ਕਰਾਉਣਾ, ਨਵਾਉਣਾ, ਮੰਮੀ ਨੇ ਉਹਦਾ ਟਿਫਨ ਪੈਕ ਕਰਨਾ। ਮੈਨੂੰ ਤਾਂ ਉਦੋਂ ਪਤਾ ਚੱਲਦਾ ਜਦੋਂ ਬਿਲਕੁਲ ਰੈਡੀ ਹੋ ਕੇ ਮੇਰੇ ਕੋਲ ਆ ਜਾਂਦਾ ਕਿ ਮੈਂ ਜਾ ਰਿਹਾ। ਫਿਰ ਮੈਨੂੰ ਸ਼ਰਮ ਆਉਂਦੀ ਹੈ ਕਿ ਇੰਨਾ ਛੋਟਾ ਉੱਠ ਕੇ ਜਾ ਰਿਹਾ ਔਰ ਮੈਂ ਸੁੱਤੀ ਹੋਈ ਹਾਂ। क्योंकि सुनाम में हम ज़्यादा टाइम तो नहीं उठते, मतलब मैं तो तेरा अंकल 5 बजे उठना और अपने सैर करने निकल जावा, और आया बच्चे को दूध पिलाया, मैंने अपनी चाय बनाई, तेरे अंकल की कॉफ़ी बनाई, बस इतना ही कर पाऊँ, इतनी उठ लेती है बस। तो इसने जो आपका काम करना है, जैसे सोफे के कवर ठीक करने, चादर करनी ठीक, झाड़ू वगैरह लगाने, अब काम वाली नहीं है, भगा दी, अब खुद करते हैं दोनों जने। दोनों कर रहे हैं बस। तो न्यू करके हमारा तो टाइम पास बहुत अच्छा हुआ है। ਕਦੇ ਤਾਨਾ ਜਾਂ ਗੁੱਸੇ 'ਚ ਨਹੀਂ ਕਿਹਾ ਤੈਨੂੰ ਰੋਟੀ नहीं बनानी आती ਸੀਗੀ कुछ? ਕਦੇ ਵੀ नहीं, कदे भी नहीं, क्योंकि मैंने सिखाना था इसने काम, और सीख भी कितना टाइम लग गया, 10 दिन 15 दिन बस, उसमें ये सब सीख गई, टाइम नहीं लगाया इसने। अच्छा कदे इसने नखरे तो करे ही नहीं, ये नहीं खाना और इसमें यो नहीं पीना, मतलब जो भी आगे धरा सबकी थाली में गलिया वो इसने खा लिया। तो सबसे बड़ी बात ये है, जो कोई नखरेगारी हो है, सास देखो चाहे कितनी अच्छी है, जो बच्चा नखरेगारी हो फिर उसमें तो फिर सास भी क्या करेगी ना, कुछ इसका भी तो हाथ है ना अच्छी बनने खातिर। तभी तो हमारा वो जो एत्रो चित्रो वाली जोड़ी जो नाटक चलिया था, वो एत्रो चित्रो वाली जोड़ी है। ਤੁਸੀਂ ਕਿੱਥੋਂ ਦੀ ਹੋ ਪੰਜਾਬ 'ਚ? ਮੈਂ ਸੁਨਾਮ ਸੁਨਾਮ ਦੇ ਹੀ ਹੋ ਤੁਸੀਂ? सुनाम की है। ਤੇ ਤੁਸੀਂ ਵੀ ਇੱਥੇ ਰਹਿੰਦੇ ਸੀ ਸੁਨਾਮ 'ਚ? सुनाम, हाँ मेरे मेरे टाइम मतलब हो गए सी उत्थों काफी साल दे। जो मेरा ये लड़का, बड़ी लड़की मेरी हरियाणी पैदा हुई है, एक जो छोटा लड़का वो मेरा सुनाम पैदा हुआ है। ठीक है। आंटी आपकी शादी कितने साल में? 14 साल हाँ, हो गई? मेरी 14 साल की शादी थी। तो मेरी बहन थी वो मेरे से बड़ी थी, तो जो मेरे पापा बोला भाई इसको 1 साल पीछे भेज देंगे। मैं बोली क्यों? जो ये जाएगी तो मैं भी जाऊंगी, मैं भी जाऊंगी। पता तो था नहीं, क्योंकि खेत में गए, पैदल गए या ट्रैक्टर वगैरह पे, तो गाड़ी में कद बैठे तो वो गाड़ी दिख गई। मैंने सोचा, और वो घूंघट का बड़ा चाह था। जो मेरी भाभी थी गली में, मेरी भाभी तो बाद में आई हैं, जो घूंघट निकालती थी, तो मैं सोचती थी अगर मेरी शादी हुई तो मैं इतना घूंघट निकाला करूँगी। मैंने चाह बड़ा था, तो बोले नहीं मैं भी जाऊंगी अगर ये गई तो। तो मैं भेज दी। तो मैं जब छत पर गए शाम सीखने, हवा चल रही थी, तो इनके पेड़ बहुत थे। मैं बोली हाय हाय पहाड़ देखो कितने हैं। तो मेरी सास बोली नीचे आ जा नीचे आ जा। फिर उसने समझाया भाई न्यू नहीं बोलिया कने, ये तेरा ससुराल है, सब सुनेंगे। मैंने अच्छा। फिर आई हमारी रोटी की बारी, तो मेरा तो ये डंगर पशुआएं का करोड़ा था, सन्नी कर दी और ये गोबर गेर आई, जिस तरह ठाण उस दिए, ये करोड़ा था मेरा। तो रोटी पानी का मेरा बहुत कम करोड़ा था। तो पहले आई मेरी बाण की बारी, तो उसने तो बड़ी अच्छी सब्जी स्वाद सी बनाई और पतली पतली फुल्की बनाई, तो सब नजर आई। तो दूसरे दिन बोली ये इसकी छोटी वाली की बारी है। तो मेरी माँ, हमारा था खेती का काम, तो मेरी माँ इतना बड़ा पेड़ा पाड़ती, रो घी लगा के हाथ का ऐसे पट 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 करके बनाया करती। मैंने तो वो देखी उड़ी थी, तो मैंने भी वही पट पट करके बड़े बड़े थाप दिए, इतने बड़े बड़े नक्शे बड़े बड़े थाप दिए मैंने, और सब देखे भाई ये तो पट पट लगी करन। तो वो मेरी रोटी एक मेरे ससुर ने, एक मेरी सास ने, एक मेरे जेठ ने पसंद करी थी, और ये सब बोलने लग गए जो जिसका मैं ब्याही थी, हमने नहीं खाना। हमने जो घूंघट तो मेरा था ही, ऐसे ऐसे देखूं मैं ऐसे देखो कौन कौन है। बाद में लूंगी इनकी खबर, अब तो मैं नहीं सबकी खबर लूंगी, अब नहीं बोलूंगी। तो उन 3 आंसर आए। मेरी सास बोली कितनी अच्छी हो, जो कल बनाई तो सूख जाएंगी, और ये गदम गदम रोटी ये अच्छी है। फिर उसके बाद तेरा अंकल मैंने बोलिया रोटी पानी नहीं आती कि बनानी। मैं मन्ना आवा ना कुछ, मैंने गिरा है गोबर, मैंने काढ़ा दूध भैंसा का, भैंस पानी पियान गई हूँ जो गाँव में जो जोड़ बोलिया करें, तो शायद पंजाब में तलाव तो लोग बोलता हूँ। तो उसके पीछे ये दरखत होया करते,
तो मैं तो वहां चढ़ी दरखत पर, दाम उसमें डाक मारी है उस जोड़ में। अच्छा क्योंकि मैंने तिरना तुरना सब कुछ आवा है। अच्छा। मम्मी स्विमिंग बहुत अच्छी करती हाँ है। तो उत्ते सीखी मैं। तो मेरा तो ये काम करे उड़ा था, रोटी पानी मन नहीं आया करता। मैं तो बैठ के खाऊंगी भाई, जिसने देना वो दे दो, मन तो कुछ नहीं आता। पर मम्मी ने भी रोटी सब्जी पापा ने सिखाई। हाँ हाँ, सब्जी सिखाई इनके पापा ने मैंने, और रोटी सिखाई मेरी सास ने। जो मेरे ते जड़ी बड़ी हो जाऊंती तो किसने बनाई है ये रोटी? वो मेरी सास बोली मन ने बनाई है। तो माँ के हाथ की तो देखो खाए ली हूँ, सब खा ली। और जिस दिन न्यू कह दिया ना भाई राज ने बनाई है, तो ये तोड़ता भी आंख, ये तोड़ता भी आंख, न्यू होया करती। तो पर देखो जो भी मन काम नहीं आया करता, मेरी सास ने सिखाया, कुछ सिखाया तेरा अंकल ने, जब सीखी मैं। और तो आपने इनको? हाँ हाँ, मैंने इनको सिखाया, क्योंकि यो जो सीखा साखी मन मेरे ससुराड़ते ही सीखा है। मन ने नहीं था भाई, मेरी सास ने भी तो सिखाया, तो मैं भी तो इसकी सास हूँ, तो इसने भी मैंने न्यू ही सिखाया। तो यूं चल रही हमारी जोड़ी फिर। ਤੁਸੀਂ ਘੁੰਗਟ ਕੱਢਿਆ ਕਦੇ? नहीं घूंघट नहीं काटा, हमने बड़ा काटा। ਹਰਿਆਣਵੀ ਨੂੰ ਨੇ ਘੁੰਗਟ नहीं ਕੱਢਿਆ? नहीं मैंने निकलवाया ही नहीं, मैंने किया भी नहीं। निकलवाया नहीं मैंने। चुन्नी चानी सब तरवा दी। जैसे सैर करने गए शाम ने, तो इसने चुन्नी उठानी, तेरा अंकल का है चुन्नी, मैंने रख तू, इसने रहने दे, क्या किस सामने की ਮਤਲਬ ਫਸਟ ਜਦੋਂ ਵਿਆਹ ਹੋਇਆ ਸੀ ਨਾ ਮੇਰਾ, ਤਾਂ ਮੈਨੂੰ ਤਾਂ ਐਂ ਸੀ ਵੀ ਪੰਡਤਾਂ ਦੇ ਤਾਂ ਸਿਰ ਤੇ ਚੁੰਨੀ ਲੈ ਕੇ ਰੱਖਦੇ ਆ, ਕਿਉਂਕਿ ਅਨਮੈਰਿਡ ਟਾਈਮ ਮੈਨੇ ਜਦ ਤੱਕ ਮੇਰਾ ਵਿਆਹ ਨਹੀਂ ਹੋਇਆ ਸੀ ਮੈਨੇ ਜੀਨਸ ਟੌਪ ਹੀ ਵੀਅਰ ਕਰੀਆਂ, ਸੂਟ ਵੀ ਬਹੁਤ ਰੇਅਰ। ਅੱਛਾ। ਤਾਂ ਮੈਨੂੰ ਤਾਂ ਇੰਨਾ ਔਖਾ ਲੱਗਿਆ ਕਰੇ ਕਿਚਨ 'ਚ ਵੀ ਜਾ ਕੇ ਚੁੰਨੀ ਸਿਰ ਤੇ ਉਹ ਤਾਂ ਗਿਰ ਜਿਆ ਕਰੇ। तो फिर तरवा दी। तेरा अंकल का नेचर ही सा, ये चाहे क्या किस तरह है फिरो, उसने आँख उठा के नहीं देखना, नहीं कदे न्यू कहा सिंकिन के पैर रखा है, क्यों पैरा, मतलब हमने चाह भाई हमारा चाह पूरा होया नहीं, तो अपनी बहुआ का चाह पूरा हो जाऊं बस। ਜੀਨਸ ਟੌਪ ਤਾਂ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਸੀ ਪਿੰਡਾਂ 'ਚ। नहीं बिल्कुल भी नहीं। ਫਸਟ ਕਰਵੇ ਤੇ ਮੰਮੀ ਮੈਨੂੰ ਕਹਿੰਦੇ ਚੱਲ ਅੱਜ ਤੈਨੂੰ ਜੀਨਸ ਟੌਪ ਦਵਾ ਕੇ ਆਨੀ ਆ। ਮੈਂ ਨਹੀਂ ਖੁਸ਼। कहते सच्ची मम्मी मैंने हाँ चल मका चल दवा ਉਸ ਤੋਂ ਬਾਅਦ ਮੈਂ ਸਟਾर्ट ਕਰਤੇ ਪਾਉਣੇ। ਆਂਟੀ ਮੈਨੂੰ ਲੱਗਦਾ ਤੁਸੀਂ ਆਪਦੇ ਮੁੰਡੇ ਦਾ ਜਦੋਂ ਵਿਆਹ ਕੀਤਾ ਹੋਣਾ, ਤੁਸੀਂ ਕਹਿਣਾ ਮੁੰਡਾ ਤੂੰ ਚੱਲ ਦੇਖ ਲਾਂਗੇ, ਮਤਲਬ ਕੁੜੀ ਦੇ ਪੂਰੇ ਸ਼ੌਂਕ ਪੁਗਾਣੇ। मैं तो इसके ब्याह में खूब नचियां हद से ज्यादा नचियां, मन इतना चा चढ़ गया था इनके ब्याह का। ਮਤਲਬ ਜਦੋਂ ਮੈਨੂੰ ਵਰੀ ਦਿਵਾਨ ਆਏ ਸੀ ਨਾ ਪਹਿਲੀ ਵਾਰ, ਜਦੋਂ ਜਾ ਰਹੇ ਸੀ ਮੰਮੀ ਐ ਮੈਨੂੰ ਬਾਏ ਬਾਏ ਕਹਿ ਕੇ ਗਈ। ਪਤਾ ਨਹੀਂ ਕਿ ਉਸ ਟਾਈਮ ਮੈਨੂੰ ਐ ਲੱਗਿਆ ਵੀ ਐਟੀਟਿਊਡ ਲੱਗ ਰਿਹਾ। ਤਾਂ ਮੈਨੇ ਘਰੇ ਆ ਕੇ ਆਪਣੇ ਹਸਬੈਂਡ ਨੂੰ ਫੋਨ ਤੇ ਕਿਹਾ, ਮੈਂ ਕਿ ਤੁਹਾਡੀ ਮੰਮੀ ਤਾਂ ਮੈਨੂੰ ਐਟੀਟਿਊਡ ਵੱਲ ਲੱਗਦੀ ਹੈ। ਨਹੀਂ ਇਹੋ ਜਿਹਾ ਕੁਛ ਨਹੀਂ, ਤੈਨੂੰ ਹੀ ਲੱਗ ਰਿਹਾ। ਮੈਨੂੰ ਤਾਂ ਉਸ ਦਿਨ ਦੀ ਇੰਨੀ ਟੈਨਸ਼ਨ ਪਈ, ਹਾਏ ਮੈਂ ਕਿਵੇਂ ਰਹੂੰਗੀ, ਉਹ ਤਾਂ ਐਟੀਟਿਊਡ ਵੱਲ ਲੱਗ ਰਹੀ ਹੈ। ਪਰ ਜਦੋਂ ਸ਼ਗਨ ਹੋਇਆ ਨਾ, ਸ਼ਗਨ ਕਰਨ ਗਏ ਇਹਨਾਂ ਦੇ ਘਰੇ, ਤਾਂ ਮੇਰੇ ਮਾਸੀ ਚਾਚੀ ਸਾਰੇ ਗਏ ਸੀ। ਜਦੋਂ ਉਹਨਾਂ ਨੇ ਮੈਨੂੰ ਆ ਕੇ ਦੱਸਿਆ, ਸਾਰਿਆਂ ਨੂੰ ਦੱਸੇਗੀ ਇੱਕ ਜਣੇ ਨੇ ਕਿ ਤੇਰੀ ਸੱਸ ਬਹੁਤ ਵਧੀਆ, ਤੇਰੀ ਨਨਾਣ ਬਹੁਤ ਵਧੀਆ, ਫਿਰ ਮੈਨੂੰ ਤਸੱਲੀ ਹੋਈ ਕਿ ਹਾਂ ठीक है। इन हमारा मोहल्ला भी पता करा इसकी मम्मी ने, इसकी मम्मी टीचर है, मतलब अच्छा पढ़ाया करती उस टाइम पे, अब तो छुटा दिया इसके भाई ने, भाई जरूरत नहीं है। तो उस टाइम में हमारा मोहल्ला की भी पढ़ाया करती। तो उसने पूछा होगा उनका कि ले ਕਹਿੰਦੇ ਆ ਨਾ ਇੱਕ ਅੱਧਾ ਜਣਾ ਵਿੱਚ ਹੁੰਦਾ ਭਾਨੀ आंटी कित बसन देगी, उसका तो तेज है, सुबह बड़ा है। मतलब ਇੱਕ ਦੋ ਨੇ ਐਵੇਂ ਕਹਿਤਾ ਕਿ ਆਂਟੀ ਤਾਂ ਬਹੁਤ तेज है, एक जना ਤਾਂ नहीं रहूगी जो इनका मोहल्ला की हमारे मोहल्ले में ब्याह रखी है, उन तो पूछा कहना कौन कब है, आंटी का सुबह इतना बढ़िया, वो तो हमने भी इतना प्यार कर दिया। तब इसकी मम्मी का मन टेकिया भाई ठीक है। ਫੇਰ ਵੀ ਨਹੀਂ, ਫੇਰ ਵੀ ਮੇਰੇ ਵਿਆਹ ਤੋਂ ਬਾਅਦ ਸਾਲ ਸਵਾ ਸਾਲ ਤੱਕ ਤਾਂ ਮੇਰੀ ਮੰਮੀ ਮੈਨੂੰ ਰੋਜ਼ ਪੁੱਛਦੀ ਸੀ, ਤੂੰ ਖੁਸ਼ ਹੈ ਨਾ, ਤੂੰ ਐ ਨਾ ਸਮਝੀ ਵੀ ਤੂੰ ਆਪੇ ਕਰਵਾਇਆ ਤਾਂ ਤੂੰ ਸਾਨੂੰ ਨਹੀਂ ਕੁਝ ਦੱਸ ਸਕਦੀ। ਮੈਂ ਕਿਹਾ ਨਹੀਂ ਮੈਂ ਸੱਚੀ ਖੁਸ਼ ਆ, ਸਾਰੇ ਬਹੁਤ ਵਧੀਆ ਨੇ। ਸਾਲ ਸਵਾ ਸਾਲ ਤੱਕ ਵੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਨਹੀਂ ਅਗਰ ਕੋਈ ਗੱਲ ਹੈ ਤਾਂ ਦੱਸ ਦਿਆ ਕਰ। ਮਾਂ ਨੂੰ ਤਾਂ ਟੈਨਸ਼ਨ ਹੁੰਦੀ ਹੈ, ਮਾਂ ਨੂੰ ਤਾਂ ਹੁੰਦੀ ਹੈ ਪੂਰੀ ਟੈਨਸ਼ਨ। ਪਰ ਮਤਲਬ ਸੱਚੀ ਸਾਡੀ ਫੈਮਿਲੀ 'ਚ ਦੂਰ ਤੱਕ ਕਿਸੇ ਦੀ ਐਵੇਂ ਦੀ ਸੱਸ ਨਹੀਂ ਹੈਗੀ, ਟੱਚ ਵੁੱਡ। ਸਾਨੂੰ ਮੇਰੇ ਫਰੈਂਡ ਸਰਕਲ 'ਚ ਲਗਾ ਲਓ, ਸਾਡੇ ਜਿੱਥੇ ਮੈਂ ਰਹਿੰਦੀ ਹਾਂ ਉੱਥੇ ਲਗਾ ਲਓ, ਸਾਰੇ ਇੱਕ ਜਣਾ ਕਹਿੰਦਾ ਮੇਰੇ ਆਫਿਸ 'ਚ ਵੀ ਸੱਚੀ ਤੇਰੀ ਸੱਸ ਵਰਗੀ ਤਾਂ ਕੋਈ ਹੈ ਹੀ ਨਹੀਂ। ਆਂਟੀ ਇਹ ਕਿੱਦਾਂ ਹੁੰਦਾ, ਮਤਲਬ ਤੁਹਾਡਾ ਇਦਾਂ ਦਾ ਨੇਚਰ, ਮਤਲਬ ਸਾਰੇ ਇਦਾਂ ਕਿਉਂ ਨਹੀਂ ਸੋਚ ਪਾਉਂਦੇ? हाँ ये जरूर है, जित मैं सीखी हाँ, क्योंकि मैंने सास की वजह से बड़ा घर टूटता देखा है, एक दो बहुत, मतलब वो बसी तो हैं, पर चाहे सास की गलती ला लो चाहे बहू की ला लो, पर उन घर में मैंने बिरण माटी बड़ी देखी है। इसलिए उस घर में कोई रिश्तेदार जाके खुश नहीं था, यानी कि मैं दूर क्यों जाऊं, मेरी रिश्तेदारी मेरे पीर में ला ले। कुछ मेरी माँ का भी थोड़ा सा सुबह था, जो पुरानी बुढ़िया का उनसे, तो वो जो मेरी भाभी थी वो मास्टर की लड़की ठहरी, तो वो कहाँ थी मैं हम पढ़ी लिखी मास्टर की, और मेरे माँ बाप थे अनपढ़,
हमारा तो ये खेती डांगर पशु का ही था, और पुराना सा घर था, उनकी थी अच्छी कोठी बाप की, तो उनके मैंने बहुत कलेश देखे हैं। तो मैं उत्ते सीखिया कि जो इनकी बिरण माटी हो रही है ना, ये बिरण माटी मैं कदे भी नहीं होने दूंगी अपने घर की, क्योंकि जो उनकी लड़ाई होती तो कोई छत पे कोई गेट में यूं झांकते, तो मैं बड़ी, एक दो बारी मैं गई हूँ, मेरे सामने भी होया है, तो मैं बड़ी शर्म मान्या करती ना, ये नहीं करना, बिल्कुल ही नहीं करना। ये तो देख लो, चाहे किसी की भी कमी है, देखो वो भी किसी की बेटी थी, वो माँ बाप तो बताया तो करती है जाके, देखो माँ बाप भी दुखी हूँ से, बेटी चाहे किसी हो, आज मैंने को मेरी बेटी अच्छी है, पर अगर सास कुछ तंग करेगी ने तो हमने भी तो गुस्सा होगा ने, अगर नहीं मेरी बेटी में तो कोई कमी नहीं, माँ बाप ने आपकी बेटी की कमी कदे नहीं दिखेगी, सब अच्छा दिखेगा। तो इसलिए मैं सोचूं भाई उसका माँ बाप भी इतना ही दुखी होगा, क्योंकि जो हमारा बुजुर्ग हुआ करता कभी नहीं मान्या करता, अगर नहीं इनमें ही गलती है, हमने कोई गलती ही नहीं। इस तरह यो मैंने देखा उनका काम, मैंने सोच लिया था, पर मैं अपना घर नहीं बर्बाद होने दूंगी, चाहे मेरे बहू अच्छी आई है चंडाली आई, आप ही समझ जाएगी। पर ये जो कया करे ने राम जोड़ा मिलावे, ऐसा जोड़ा मिलाया, मैं तो यही बात कहूँ सू कि लड़का की लड़की की कुंडली नहीं मिलानी चाहिए, सास बहू की कुंडली मिलानी बहुत जरूरी है, उनकी कुंडली मिलाओ, सही बात है, उनकी कुंडली मिलाओ। अगर ਅਸੀਂ ਸ਼ਾਪਿੰਗ ਕਰਨ ਜਾਣਾ, ਕਿਤੇ ਵੀ ਜਾਣਾ, मैं उधर नहीं पूछती मम्मी चलो तैयार हो, स्कूटी चक के चलो, पार गए। ये मैंने को इसने गाड़ी सिखाओ, तो उन्होंने कहा ना बाबा ना, इब हमने नहीं पूछ रही था, मैं स्कूटी ठाओ बाजार, फिर जब गाड़ी सीखी तो कौन सा था हमने पूछना, तो सिखा नहीं रहे, डर के मारे नहीं सिखा रहे, भाई ये थार काबू में नहीं आऊंगी ना, ये बात है। ਅੱਛਾ ਦੀਦੀ, ਤੁਸੀਂ ਜਿੱਦਾਂ ਇੱਥੇ ਵਿਆਹ ਕੇ ਆਏ ਤੇ 10 ਕਿਲੋ ਵੱਧ ਗਏ 15-20 ਦਿਨਾਂ 'ਚ, ਤੇ ਕੀ ਫਰਕ ਲੱਗਿਆ ਪਹਿਲਾਂ ਦੀ ਲਾਈਫ ਤੇ ਇਹ ਵਾਲੀ ਲਾਈਫ 'ਚ? ਜ਼ਿਆਦਾ ਖੁਸ਼ ਕਦੋਂ ਸੀਗੇ? ਹੁਣ ਬਿਨਾਂ ਸੋਚੇ ਬੋਲਦੇ, ਹਾਂ, ਕਿਉਂਕਿ ਹੁਣ ਨਹੀਂ ਆ, ਪਹਿਲਾਂ ਵਾਲੀ ਲਾਈਫ ਬਹੁਤ ਸਟਰਗਲ ਵਾਲੀ ਸੀ, ਬਹੁਤ ਜ਼ਿਆਦਾ, ਸ਼ੁਰੂ ਤੋਂ ਲੈ ਕੇ, ਮਤਲਬ ਜਿਹੜੇ ਬਚਪਨ ਦੇ ਵਿੱਚ, ਮਤਲਬ ਸਾਡਾ ਬਚਪਨ ਤਾਂ ਲਗਾ ਲਓ ਰਿਹਾ ਹੀ ਨਹੀਂ, ਤਹਿਸ ਨਹਿਸ ਹੀ ਸੀ ਸਾਰਾ, ਕਿਉਂਕਿ ਇਹਨਾਂ ਨੇ ਪੜ੍ਹੇ ਲਿਖੇ ਛੋਟਾ ਇਹਨੇ ਜੋਬ ਕਰਨੀ ਪੜੇਗੀ, ਕਿਉਂਕਿ ਪਹਿਲਾਂ ਮੇਰੇ ਪਾਪਾ ਜਿਵੇਂ ਕੰਮ ਨਹੀਂ ਸੀ ਕਰਦੇ ਕੋਈ, ਕਦੇ ਚਲੇ ਗਏ ਕਦੇ ਨਹੀਂ ਗਏ, 10 ਦਿਨ ਚਲੇ ਗਏ 20 ਦਿਨ ਘਰੇ ਐਵੇਂ, ਤਾਂ ਮੇਰੀ ਮੰਮੀ ਨੇ ਸ਼ੁਰੂ ਤੋਂ ਸਟਰਗਲ ਦੇਖਿਆ ਆਪਣੀ ਲਾਈਫ ਦੇ ਵਿੱਚ। ਜਦੋਂ ਮੇਰੀ ਐਡਮਿਸ਼ਨ ਕਰਾਉਣੀ ਸੀ ਫਸਟ, ਜਦੋਂ ਮੈਨੇ ਸਕੂਲ ਜੁਆਇਨ ਕਰਨਾ ਸੀ, ਤਾਂ ਜਦੋਂ ਉਹਨਾਂ ਨੇ ਆਪਣੇ ਘਰੇ ਗੱਲ ਕਰੀ ਵੀ ਸਕੂਲ ਲਗਾਉਣਾ, ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈਗੇ ਵੀ ਨਾ ਪੜਾਓ, ਫਿਰ ਮੇਰੀ ਮੰਮੀ ਨੇ ਰਿੰਗ ਵੇਚੀ, ਰਾਮ ਨਾਲ ਨਹੀਂ ਰੋਣਾ ਨਹੀਂ ਪਾਣੀ ਪੀ ਲਓ, ਕੋਈ ਨਹੀਂ, ਮਤਲਬ ਮੇਰੀ ਮੰਮੀ ਨੇ ਆਪਣੀ ਰਿੰਗ ਵੇਚ ਕੇ ਮੈਨੂੰ ਫਸਟ ਟਾਈਮ ਸਕੂਲ ਐਡਮਿਸ਼ਨ ਕਰਵਾਈ। ਤਾਂ ਮੇਰੀ ਮੰਮੀ ਦਾ ਵੀ ਪਿੱਛੋਂ ਬੈਕਗਰਾਊਂਡ ਬਹੁਤ ਅੱਛਾ ਹੈ, ਤਾਂ ਫਿਰ ਉਸ ਤੋਂ ਬਾਅਦ ਮੇਰੇ ਮੰਮੀ ਨੇ ਸ਼ੁਰੂ ਤੋਂ ਜੌਬ ਕਰਨੀ ਸਟਾਰਟ ਕਰਤੀ ਉਰੇ ਆ ਕੇ। ਮੇਰੇ ਨਾਨਾ ਜੀ ਟੀਚਰ ਸੀਗੇ, ਵਧੀਆ ਫੈਮਿਲੀ ਆ ਉੱਧਰੋਂ ਵੀ ਸਾਡੀ। ਫਿਰ ਉਹਨਾਂ ਨੇ ਸਟਰਗਲ ਉਹਨਾਂ ਦਾ ਸ਼ੁਰੂ ਹੋ ਗਿਆ, 10th ਤੱਕ ਸਾਨੂੰ ਪੜ੍ਹਾ ਕੇ ਚਲੋ, 10th ਤੋਂ ਬਾਅਦ ਮੈਂ ਨਾਲ ਜੌਬ ਕਰਨ ਲੱਗ ਗਈ। ਮੈਂ ਜੌਬ ਕਰੀ ਗਈ, ਮੈਨੇ ਪੜ੍ਹ ਕੇ ਆਪਣੇ ਬ੍ਰਦਰ ਸਿਸਟਰ ਨੂੰ ਪੜ੍ਹਾਇਆ, ਫਿਰ ਮੇਰੀ ਸਿਸਟਰ ਲੱਗ ਗਈ ਨਾਲ ਮੇਰਾ ਬ੍ਰਦਰ ਲੱਗ ਗਿਆ। ਹਜੇ ਥੋੜ੍ਹਾ ਜਿਹਾ ਚਲੋ ਕੁਛ ਠੀਕ ਹੋਣ ਲੱਗਿਆ, ਸਾਡੇ ਪਾਪਾ ਦਾ ਐਕਸੀਡੈਂਟ ਹੋ ਗਿਆ, ਕੋਈ ਨਾ ਸਾਡੇ ਪਾਪਾ ਦਾ ਐਕਸੀਡੈਂਟ ਹੋ ਗਿਆ, ਉਹਨਾਂ ਐਕਸਪਾਇਰ ਹੋ ਗਏ ਸੀਗੇ। ਹਜੇ ਉਦੋਂ ਹੀ ਥੋੜ੍ਹਾ ਠੀਕ ਹੋਣ ਲੱਗਿਆ ਸੀ, ਪਾਪਾ ਜੌਬ ਕਰਨ ਲੱਗ ਗਏ ਸੀ ਸਹੀ। ਚਲੋ ਸਾਨੂੰ ਐਂ ਸੀ ਚਲੋ ਹੁਣ ਕੁਛ ਠੀਕ ਹੋਣ ਲੱਗਿਆ, ਸਾਰਾ ਸੈੱਟ ਹੋ ਜਾਏਗਾ। ਤਾਂ ਫਿਰ ਐਕਸੀਡੈਂਟ ਹੋ ਗਿਆ ਉਹਨਾਂ ਦਾ, ਫਿਰ ਸਾਰੀ ਰਿਸਪੋਂਸੀਬਿਲਿਟੀ, ਮਤਲਬ ਮੈਂ ਵੱਡੀ ਸੀ ਤਾਂ ਮੇਰੇ 'ਤੇ ਹੀ ਆ ਗਈ। ਪਰ ਮਤਲਬ ਮੇਰੇ ਮਾਮਿਆਂ ਨੇ ਬਹੁਤ ਜ਼ਿਆਦਾ ਹੈਲਪ ਕਰੀ ਹੈ ਮੈਨੂੰ ਪੜ੍ਹਾਉਣ 'ਚ। ਉਹਨਾਂ ਨੇ ਮੰਮੀ ਨੇ ਕਿਹਾ ਤੂੰ ਆਪਣੀ ਕੁੜੀ ਨੂੰ ਪੁੱਛ ਕੇ, ਅਗਰ ਇਹ ਪੜ੍ਹੂਗੀ ਪੈਸੇ ਅਸੀਂ ਲਗਾਵਾਂਗੇ, ਤੂੰ ਪੜ੍ਹਾ ਆਪਣੇ ਬੱਚੇ। ਪਰ ਮੇਰੀ ਮੰਮੀ ਨੇ ਇਹ ਸੋਚਿਆ ਸੀ ਨਾ ਮੈਨੂੰ ਘਰ ਦੀ ਕੋਈ ਟੈਨਸ਼ਨ ਨਹੀਂ, ਮੈਨੂੰ ਹੋਰ ਕਿਸੇ ਚੀਜ਼ ਦੀ ਕੋਈ ਸੋਨਾ ਕੁਛ ਟੈਨਸ਼ਨ ਨਹੀਂ, ਮੈਨੇ ਆਪਣੇ ਬੱਚੇ ਖੜੇ ਕਰਨੇ ਆ। ਤਾਂ ਉਹਨਾਂ ਨੇ ਇਹੀ ਕਰਿਆ, ਆਪਣੇ ਬੱਚੇ ਖੜੇ ਕਰੇ। ਮਤਲਬ ਅਸੀਂ ਇਹ ਕੁਛ ਵੀ ਸੁਣਿਆ ਹੋਇਆ, ਇੰਨੀ ਗਰੀਬੀ ਦੇਖੀ ਸੀ ਅਸੀਂ, ਜੁਆਇੰਟ ਸੀਗੇ ਨਾ, ਤਾਂ ਮਤਲਬ ਸਾਨੂੰ ਇਹ ਕੁਛ ਵੀ ਅਸੀਂ ਸੁਣਿਆ ਉਸ ਟਾਈਮ 'ਚ। ਕੋਈ ਲਿਆਂਦਾ ਸੀ ਨਾ, ਕੋਈ ਫਰੂਟ ਲਿਆਂਦਾ, ਬਦਾਮ, ਪਤਾ ਅੱਜ ਅਸੀਂ ਅੰਬ ਲਿਆਇਆ ਇੰਨੇ ਰੁਪਏ ਕਿਲੋ ਨੇ, ਅਸੀਂ ਅੱਜ ਬਦਾਮ ਲਿਆਇਆ, ਖਾਇਆ ਕਦੇ ਬਦਾਮ? ਮਤਲਬ ਆਪਸ 'ਚ ਗੱਲਾਂ ਕਰਦੇ, ਅਸੀਂ ਉੱਥੇ ਹੀ ਖੜੇ ਹੁੰਦੇ ਸੀ ਤਾਂ ਸਾਨੂੰ ਤਾਂ ਫੀਲ ਹੁੰਦਾ ਹੀ ਸੀ ਕਿ ਅਗਲਾ ਸਾਨੂੰ ਹੋ ਰਿਹਾ। ਮਤਲਬ ਇਹੋ ਜਿਹਾ ਟਾਈਮ ਵੀ ਕੱਢਿਆ ਸੀ, ਬਹੁਤ ਔਖਾ। ਸਾਰਿਆਂ ਨੇ, ਸਾਰੀ ਜੁਆਇੰਟ ਫੈਮਿਲੀ ਸੀ, ਸਾਰੇ ਇਕੱਠੇ ਹੁੰਦੇ ਸੀ, ਅਸੀਂ ਅੱਡ। ਮੇਰੀ ਮੰਮੀ ਦੀ ਇੱਕ ਉਹ ਹੈ, ਮੇਰੀ ਮੰਮੀ ਕਦੇ ਵੀ ਇਕੱਠ 'ਚ ਨਹੀਂ ਰਹਿੰਦੀ, ਉਹਨੂੰ ਇਹ ਚੀਜ਼ ਪਸੰਦ ਹੀ ਨਹੀਂ ਕਿ ਇੱਧਰ ਦੀ ਚੁਗਲੀ ਕਰਕੇ ਉੱਧਰ ਦੀ ਇੱਧਰ। ਇਸ ਲਈ ਉਹਨੂੰ ਐਂ ਹੁੰਦਾ ਸੀ ਵੀ ਮੈਂ ਅਲੱਗ ਹੀ ਠੀਕ ਹਾਂ।
ਉਹੀ ਕੁਝ ਅਸੀਂ ਉਹਨਾਂ ਤੋਂ ਸਿੱਖਿਆ। ਸਾਨੂੰ ਐਵੇਂ ਆ ਅਸੀਂ ਅਲੱਗ ਠੀਕ ਆ ਪਰ ਖੁਸ਼ ਰਹਿੰਦਾ ਬੰਦਾ। ਮੇਰੀ ਮੰਮੀ ਨੇ ਸਾਰੀ ਉਮਰ ਆਪਣੀ ਸੱਸ ਨਾਲ ਕੱਟੀ, ਤਾਂ ਉਸ ਚੀਜ਼ ਤੋਂ ਮੈਨੇ ਸਿੱਖਿਆ ਕਿ ਮੈਨੇ ਵੀ ਮਤਲਬ ਮੈਨੂੰ ਸ਼ੁਰੂ ਤੋਂ ਸ਼ੌਂਕ ਸੀ ਉਹਨਾਂ ਨੂੰ ਦੇਖ ਦੇਖ ਕੇ ਕਿ ਮੈਂ ਵੀ ਜਦੋਂ ਮੇਰਾ ਵਿਆਹ ਹੋਊਗਾ ਨਾ ਮੈਂ ਹੀ ਸੋਚਦੀ ਸੀ ਕਿ ਮੈਂ ਆਪਣੀ ਸੱਸ ਨਾਲ ਹੀ ਰਹਿਣਾ। ਜਿਵੇਂ ਪਹਿਲਾਂ ਤਾਂ ਰਿਸ਼ਤੇ ਦੇਖਦੇ ਸੀ ਤੇ ਇੱਕ ਰਿਸ਼ਤਾ ਦੇਖਿਆ ਉਹਦੇ ਚ ਸੱਸ ਨਹੀਂ ਸੀ, ਮੈਂ ਕਿਹਾ ਮੈਂ ਨਹੀਂ ਕਰਾਉਣਾ, ਸੱਸ ਨਹੀਂ ਹੈਗੀ। ਹਾਂ ਤੇ ਮੈਂ ਕਿਹਾ ਮੈਂ ਤਾਂ ਉੱਥੇ ਕਰਾਉਣਾ ਜਿੱਥੇ ਸੱਸ ਹੋਵੇ। ਜੇ ਸ਼ੁਰੂ ਤੋਂ ਦੇਖਦੇ ਆ ਮੇਰੀ ਮੰਮੀ ਨੇ ਐਂਡ ਉੱਪਰ ਸਾਡੀ ਦਾਦੀ ਨੇ ਕਰਿਆ ਵੀ ਬਹੁਤ ਸੀ ਸਾਡੀ ਦਾਦੀ ਨੂੰ ਐਂਡ ਤੇ ਥੋੜੀ ਦੂਸਰੀ ਬਿਮਾਰੀ ਹੋ ਗਈ ਸੀ, ਉਹ ਵੀ ਸਾਡਾ ਇੰਨਾ ਕਰਦੀ ਸੀ। ਜਿਵੇਂ ਅਸੀਂ ਜੌਬ ਤੇ ਜਾਣਾ, ਉਹ ਲਾਸਟ ਟਾਈਮ ਤੱਕ ਵੀ ਉਹਨੇ ਮੇਰੇ ਲਈ ਬ੍ਰੇਕਫਾਸਟ ਰੈਡੀ ਕਰਕੇ ਮੇਰਾ ਟਿਫਨ ਪੈਕ ਕਰਕੇ ਦਿੱਤਾ ਉਹਨੇ। ਇੰਨਾ ਪਿਆਰ ਸੀ ਸਾਡਾ ਵੀ ਆਪਸ 'ਚ। ਬਹੁਤ ਬਾਰਿਸ਼ ਆਉਂਦੀ ਆ ਨਾ, ਮਤਲਬ ਸਾਡਾ ਘਰ ਉਸ ਟਾਈਮ ਇਸ ਕੰਡੀਸ਼ਨ 'ਚ ਸੀ ਜਿਵੇਂ ਆ ਦੀਵਾਰਾਂ ਨੇ ਨਾ ਇੰਨਾ ਗੈਪ ਸੀਗਾ ਸਾਡੀ ਦੀਵਾਰਾਂ 'ਚ। ਇੱਕ ਰੂਮ ਸੀ ਸਾਡੇ ਕੋਲ ਸਿਰਫ, ਅਸੀਂ ਸਾਰੀ ਉਮਰ ਉਹਦੇ ਵਿੱਚ ਕੱਟੀ ਹੈ। ਮੇਰੀ ਮੰਮੀ ਨੇ ਹਮੇਸ਼ਾ ਸਾਨੂੰ ਇਹ ਸਿਖਾਇਆ ਕਿਰਾਏ ਤੇ ਵੀ ਜਾਵਾਂਗੇ ਨਾ ਤਾਂ 1500 ਰੁਪਏ 2000 2500 ਜਿੰਨਾ ਵੀ ਦੇਵਾਂਗੇ ਮਹੀਨਾ 1 ਮਿੰਟ ਜਾ ਜਾਂਦਾ, ਉਹੀ ਪੈਸਿਆਂ ਨਾਲ ਆਪਾਂ ਕੁਝ ਕਰਾਂਗੇ, ਇੱਕ ਰੂਮ 'ਚ ਕੱਟ ਲਾਂਗੇ। ਤਾਂ ਅਸੀਂ ਮਤਲਬ ਸ਼ੁਰੂ ਤੋਂ ਸਾਡੇ ਦਿਮਾਗ 'ਚ ਇਹੀ ਕੁਝ ਸੀ। ਅਸੀਂ ਬਾਰਿਸ਼ ਆਉਂਦੀ ਹੈ ਨਾ ਲੋਕ ਖੁਸ਼ ਹੁੰਦੇ ਬਾਰਿਸ਼ ਆ ਰਹੀ ਹੈ, ਔਰ ਅਸੀਂ ਜਿੱਥੇ ਵੀ ਸਾਰੇ ਜਣੇ ਆਪਣੀ ਆਪਣੀ ਜੌਬ ਤੇ ਹੁੰਦੇ ਨਾ ਅਸੀਂ ਇਹੀ ਸੋਚਦੇ ਸੀ ਹਾਏ ਆਪਣੀ ਛੱਤ ਤਾਂ ਨਹੀਂ ਚੋਰੀ, ਹਾਏ ਆਪਣਾ ਸਮਾਨ ਤਾਂ ਨਹੀਂ ਖਰਾਬ ਹੋਊਗਾ, ਆਪਣੀ ਛੱਤ ਤਾਂ ਨਹੀਂ ਗਿਰ ਜੂਗੀ। ਮਤਲਬ ਇਹੋ ਜਿਹਾ ਟਾਈਮ ਦੇਖਿਆ, ਬਹੁਤ ਜ਼ਿਆਦਾ ਸਟਰਗਲ। ਸਾਰਾ ਕੁਛ ਮੇਰੀ ਹੈਡਿੰਗ ਹੁੰਦੀ, ਬਾਜ਼ਾਰੋਂ ਕੁਛ ਲਿਆਉਣਾ, ਸਬਜ਼ੀਆਂ ਲਿਆਉਣੀਆਂ, ਸੌਦੇ ਲਿਆਉਣੇ, ਸਾਰਾ ਕੁਛ ਮੇਰੀ। ਪਰ ਟੱਚਵੁੱਡ ਮੇਰੇ ਨਾਨਕੇ ਪਰਿਵਾਰ ਨੇ ਸਾਡਾ ਬਹੁਤ ਸਾਥ ਦਿੱਤਾ ਹੈ। ਕਹਿੰਦੇ ਨਾ ਭੁੱਲ ਨਹੀਂ ਸਕਦਾ ਬੰਦਾ, ਚਾਹੇ ਆਪਾਂ ਜਿੰਨਾ ਮਰਜ਼ੀ ਬਣ ਜਾਓ, ਜੋ ਆਪਣੇ ਨਾਲ ਖੜਦਾ ਉਹਨੂੰ ਆਪਾਂ ਕਦੇ ਭੁੱਲ ਨਹੀਂ ਸਕਦੇ। ਖੜਦੇ ਆ ਉਹਨੂੰ ਵੀ ਨਹੀਂ ਭੁੱਲ ਸਕਦੇ, ਪਰ ਉਸ ਟਾਈਮ ਦੇਖੋ ਉਹ ਵੀ ਨਹੀਂ ਭੁੱਲਿਆ ਜਾਂਦਾ। ਹੁਣ ਉਹ ਗੱਲਾਂ ਯਾਦ ਰਹਿੰਦੀਆਂ। ਮੈਨੂੰ ਯਾਦ ਹੈ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ, ਮੇਰੀ ਇੱਕ ਫਰੈਂਡ ਦਾ ਬਰਥਡੇ ਸੀਗਾ। ਚਲੋ ਫਰੈਂਡ ਸਰਕਲ 'ਚ ਇਹੋ ਜਿਹਾ ਕੁਛ ਨਹੀਂ ਹੁੰਦਾ, ਪੈਸਾ ਨਹੀਂ ਹੈ ਜਾਂ ਹੈ, ਚਲੇ ਗਏ ਸਾਰੇ ਕੁੜੀਆਂ ਨਾ। ਮੇਰੀ ਫਰੈਂਡਸ ਇੰਨੀ ਅੱਛੀ ਤਿਆਰ ਹੋ ਕੇ ਆਈ। ਆਪਣੇ ਕੋਲ ਮੇਰੇ ਕੋਲ ਉਸ ਟਾਈਮ 2 ਹੀ ਸ਼ੂਜ਼ ਹੁੰਦੇ ਸੀ, ਵਾਈਟ ਔਰ ਬਲੈਕ, ਸਕੂਲ ਯੂਨੀਫਾਰਮ ਵਾਲੇ ਹੈ ਨਾ। ਤੇ ਜਦੋਂ ਪਾਰਟੀ ਤੇ ਜਾਣਾ ਸਾਰੇ ਇੰਨੇ ਸੋਹਣੇ ਤਿਆਰ ਹੋ ਕੇ, ਔਰ ਮੈਂ ਉਹੀ ਸ਼ੂਜ਼ ਪਾ ਕੇ ਗਈ ਵਾਈਟ। ਮੈਨੂੰ ਇੰਨਾ ਫੀਲ ਹੁੰਦਾ ਸੀ। ਫਿਰ ਇੱਕ ਟਾਈਮ ਅੱਜ ਵੀ ਹੈ ਮੇਰੀ ਫਰੈਂਡ ਸ਼ੋਭਾ ਨਾਮ ਹੈ ਉਹਦਾ, ਉਹਨੇ ਮੇਰਾ ਸ਼ੁਰੂ ਤੋਂ ਹੁਣ ਤੱਕ ਸਾਥ ਦਿੱਤਾ। ਇੰਨੀ ਰਿਚ ਫੈਮਿਲੀ ਤੋਂ ਬਿਲੋਂਗ ਕਰਦੀ ਸੀ ਉਹ ਕੁੜੀ, ਪਰ ਉਹਦੇ ਵਿੱਚ ਬਿਲਕੁਲ ਘਮੰਡ ਨਹੀਂ ਹੈ। ਮੈਨੂੰ ਯਾਦ ਹੈ ਉਹਦੇ ਕਜ਼ਨ ਦੀ ਮੈਰਿਜ ਸੀਗੀ ਤੇ ਉਹਨੇ ਮੈਨੂੰ ਇਨਵਾਈਟ ਕਰਿਆ। ਮੇਰੇ ਕੋਲ ਮੈਨੂੰ ਪਤਾ ਸ਼ਗਨ ਦੇਣ ਦੇ ਵੀ ਪੈਸੇ ਨਹੀਂ ਸੀ ਮੇਰੇ ਕੋਲ ਉਸ ਟਾਈਮ, ਪਰ ਉਹਨੇ ਮੈਨੂੰ ਕਦੇ ਅੱਜ ਤੱਕ ਇਹੋ ਜਿਹੀ ਚੀਜ਼ ਫੀਲ ਹੀ ਨਹੀਂ ਕਰਵਾਈ। ਪਰ ਆਪ ਨੂੰ ਤਾਂ ਹੁੰਦਾ ਨਾ ਕਿ ਹਾਂ ਯਾਰ ਇਹ ਖੜੇ ਆ ਆਪਣੇ ਨਾਲ, ਇਸ ਨੂੰ ਪੈਸੇ ਤੱਕ ਮਤਲਬ ਨਹੀਂ। ਅੱਜ ਦੇ ਟਾਈਮ 'ਚ ਦੇਖੋ ਕੁੜੀਆਂ ਚਾਹੇ ਅਜੇ ਮੁੰਡੇ ਇਸ ਚੀਜ਼ ਨੂੰ ਨਹੀਂ ਦੇਖਦੇ, ਪਰ ਕੁੜੀਆਂ ਇਹ ਚੀਜ਼ਾਂ ਬਹੁਤ ਦੇਖਦੀਆਂ ਕਿ ਉਸ ਕੋਲ ਪੈਸਾ ਹੈ ਜਾਂ ਨਹੀਂ ਹੈ ਤਾਂ ਫਰੈਂਡਸ਼ਿਪ ਰੱਖਣੀ ਹੈ। ਪਰ ਉਹ ਕੁੜੀ ਮੇਰੇ ਨਾਲ ਅੱਜ ਤੱਕ ਵੀ ਹੈ। ਤਾਂ ਸੱਚਾ ਫਰੈਂਡ ਤਾਂ ਉਹੀ ਹੈ ਨਾ, ਚਾਹੇ ਰਿਸ਼ਤੇਦਾਰ ਲਗਾ ਲਓ ਚਾਹੇ ਫਰੈਂਡ ਲਗਾ ਲਓ, ਤਾਂ ਸੱਚੇ ਤਾਂ ਉਹੀ ਹੈ ਜੋ ਆਪਣੇ ਨਾਲ ਰੱਬ ਦੇਖਦਾ ਹੈ ਕਿ ਉਹਦੀ ਲਾਈਫ ਕਿਵੇਂ ਦੀ। ਹੁਣ ਤੁਹਾਡੀ ਲਾਈਫ ਪਹਿਲਾਂ ਬਹੁਤ ਸਟਰਗਲ ਵਾਲੀ ਸੀ ਤੇ ਤੁਹਾਨੂੰ ਅੱਗੇ ਕਿੰਨਾ ਅੱਛਾ ਪਰਿਵਾਰ ਮਿਲਿਆ। ਇਹ ਵੀ ਹੈ ਮੇਰਾ ਵਿਆਹ, ਮੇਰੀ ਮੈਰਿਜ ਹੋਈ ਹੈ 29 ਏਜ 'ਚ, ਤੇ ਰਿਸ਼ਤੇਦਾਰ ਪਤਾ ਕੀ ਕਰਦੇ ਸੀ, ਹਰ ਦੂਜੇ ਉੱਤੇ ਫੋਨ ਕਰਕੇ ਕੋਈ ਰਿਸ਼ਤਾ ਨਹੀਂ ਦੇਖਿਆ, ਕੋਈ ਰਿਸ਼ਤਾ ਨਹੀਂ ਦੇਖਿਆ, ਇੰਨੀ ਉਮਰ ਹੋਈ ਜਾ ਰਹੀ ਹੈ। ਮਤਲਬ ਇਹ ਟੌਂਟਿੰਗ ਕਰਦੇ ਸੀ। ਔਰ ਜਦੋਂ ਹੁਣ ਮੇਰਾ ਰਿਸ਼ਤਾ ਹੋ ਗਿਆ ਔਰ ਇੰਨੀ ਵਧੀਆ ਫੈਮਿਲੀ 'ਚ ਹੋ ਗਿਆ, ਔਰ ਹੁਣ ਉਹੀ ਨੇ ਜੋ ਕਹਿੰਦੇ ਆ ਵੀ ਸਾਡੀ ਕੁੜੀਆਂ ਨੂੰ ਵੀ ਤੁਹਾਡੀ ਕੁੜੀ ਵਰਗੀ ਫੈਮਿਲੀ ਮਿਲਣੀ ਸੀ। ਮਤਲਬ ਐਵੇਂ ਇੰਨਾ ਕੁਝ ਸਮਾਂ ਬਦਲਦਾ, ਜਵਾਬ ਮਿਲਦਾ, अपने आप जवाब मिलता। देखो कहने दुख तो कोई नहीं, सुख तो सब। वो बात दुख तो कोई नहीं आएगा, जो पालड़ा झुकेगा उसका नहीं सब होएंगे। ਮਤਲਬ ਸਾਡੇ ਇਸ ਲਈ ਮੇਰੇ ਮਨ ਚੋਂ ਨਾ ਹੁਣ ਹੁੰਦਾ ਹੀ ਨਹੀਂ, ਉਹ ਚੀਜ਼ ਹੈ ਹੀ ਨਹੀਂ। ਹੁਣ ਇਹੀ ਹੁੰਦਾ ਹੈ ਕਿ ਨਹੀਂ ਕੋਈ ਨਹੀਂ ਹੈਗਾ ਆਪਣਾ, ਮਤਲਬ ਸਿਰਫ ਟਾਈਮ ਹੈ ਇੱਕ ਆਪਣਾ। ਅਗਰ ਤੁਹਾਡਾ ਟਾਈਮ ਚੰਗਾ ਨਾ ਸਾਰੇ ਤੁਹਾਡੇ ਨਾਲ ਨੇ, ਅਗਰ ਤੁਹਾਡਾ ਟਾਈਮ ਮਾੜਾ ਨਾ ਕੋਈ ਅੱਗੋਂ ਦੀ ਵੀ ਲੰਘ ਕੇ ਚਲਾ ਜਾਏਗਾ। ਹੁਣ ਤੁਹਾਨੂੰ ਪਤਾ ਕੀ ਹੈ, ਇੱਕ ਚੀਜ਼ ਤੁਹਾਡੇ ਸਾਹਮਣੇ ਤੁਹਾਡੀ ਦੀਵਾਰ ਬਣ ਕੇ ਤੁਹਾਡੀ ਸੱਸ ਮਾਂ ਖੜੀ ਹੈ ਕਿ ਤੁਹਾਨੂੰ ਕੋਈ ਕੁਝ ਬੋਲ ਨਹੀਂ ਸਕਦਾ। ਨਹੀਂ ਬੋਲਣ ਦਿੰਦੇ, ਬਿਲਕੁਲ ਨਹੀਂ ਬੋਲਣ ਦਿੰਦੇ। ਜਿਵੇਂ ਮੇਰੀ ਮੈਰਿਜ ਹੋਈ ਨਾ, ਕਾਫੀ ਲੋਕਾਂ ਨੇ ਟਰਾਈ ਕਰੀ, ਇਹਨਾਂ ਦੀ ਰਿਸ਼ਤੇਦਾਰੀ ਚੋਂ ਲਗਾ ਲਓ, ਗਵਾਂਢ ਚੋਂ ਲਗਾ ਲਓ ਵੀ ਐ ਨਹੀਂ ਹੈ, ਉਹਨੂੰ ਐ ਨਹੀਂ ਹੈ। ਪਰ ਮੰਮੀ ਨੇ ਅੱਜ ਤੱਕ, ਜਿਵੇਂ ਕਈ ਸੱਸਾਂ ਹੁੰਦੀਆਂ ਨਾ ਬਾਹਰੋਂ ਸੁਣੇ ਆਈਆਂ ਤਾਂ ਘਰੇ ਆ ਕੇ 1 ਮਿੰਟ 'ਚ ਮੂਡ ਚੇਂਜ ਨਹੀਂ, ਪਰ ਇਹੋ ਜਿਹਾ ਕੁਛ ਵੀ ਨਹੀਂ। ਇਹਨਾਂ ਨੇ ਵੀ ਮੈਨੂੰ ਸ਼ੁਰੂ ਤੋਂ ਇਹੀ ਸਿਖਾਇਆ ਵੀ ਕੋਈ ਕਿਵੇਂ ਦਾ ਹੋਵੇ, ਆਪਾਂ ਨੇ ਆਪਣਾ ਰਿਲੇਸ਼ਨ ਚਲਾਉਣਾ, ਆਪਾਂ ਨੇ ਇਕੱਠੇ ਰਹਿਣਾ, ਕੋਈ ਬੋਲ ਕੇ ਚਲਾ ਜਾਊਗਾ, अपने रिलेशन पे कोई फर्क नहीं आना चाहिए। मैंने तो ये सोचा है जो आंखों देख लो और काना सुन लो वो बात हम मानना। हाँ मतलब पूरा परिवार में फालतू का कोई बोकी जाओ हम नहीं मानते किसी की भी। बस अपना सिस्टम है वो अपना रखो सही, किसने की कया ना कया अपन कोई फर्क ही नहीं पड़ता। मेरे
ਵਿਆਹ ਤੋਂ ਪਹਿਲਾਂ ਨਾ ਜਿਵੇਂ ਜੁਆਇੰਟ ਫੈਮਿਲੀ ਸਾਰਾ ਦਿਨ ਕਲੇਸ਼ ਲੜਾਈ ਝਗੜੇ ਆਹ ਚੀਜ਼ਾਂ ਇੰਨੀਆਂ ਦੁਖਦੀਆਂ ਸੀ, ਪਰ ਜਦੋਂ ਮੇਰਾ ਵਿਆਹ ਹੋਇਆ ਨਾ ਫਸਟ ਡੇ ਆਈ ਹਾਏ ਜਦੋਂ ਸਾਰੇ ਰਿਸ਼ਤੇਦਾਰ ਵਗੈਰਾ ਚਲੇ ਗਏ ਮੈਨੂੰ ਇੰਨਾ ਰਿਲੈਕਸ ਫੀਲ ਹੋਇਆ। ਮੈਂ ਕਿਹਾ ਸੱਚੀ ਲਾਈਫ ਤਾਂ ਇਹ ਹੈ, ਮਤਲਬ ਹੁਣ ਤੱਕ ਤਾਂ ਮੈਂ ਬਿਲਕੁਲ ਨਰਕ 'ਚ ਹੀ ਜੀ ਰਹੀ ਸੀ। ਇੰਨਾ ਮਾਈਂਡ ਨੂੰ ਰਿਲੈਕਸੇਸ਼ਨ ਮਿਲਿਆ, ਕੋਈ ਲੜਾਈ ਕੋਈ ਝਗੜਾ ਕੋਈ ਟੌਂਟਿੰਗ ਕੁਛ ਵੀ ਨਹੀਂ, ਇੰਨਾ ਵਧੀਆ ਮਾਹੌਲ। ਫਿਰ ਉਸ ਤੋਂ ਬਾਅਦ ਮੇਰਾ ਹਜੇ ਮੈਨੂੰ ਕਹਿੰਦੇ ਸੀ ਵੀ ਸ਼ਹਿਰ 'ਚ ਰਹਿੰਦੀ ਹੈ ਅਨਮੈਰਿਡ ਟਾਈਮ ਇਹ ਤਾਂ ਘੁੰਮਦੀ ਰਹਿੰਦੀ ਹੈ, ਇਹ ਕਿੱਥੇ ਇੱਥੇ ਰਹਿ ਲੂਗੀ। ਮੇਰੇ ਹਸਬੈਂਡ ਨੂੰ ਵੀ ਆਈ ਸੀ ਵੀ ਤੂੰ ਤਾਂ ਰੋਜ਼ ਤੈਨੇ ਬਾਜ਼ਾਰ 'ਚ ਗੇੜੀ ਲਾਉਣੀ ਹੈ, ਤੂੰ ਕਿੱਥੇ ਰਹਿ ਲੇਂਗੀ। ਪਰ ਮੈਂ ਕਿਹਾ ਨਹੀਂ, ਮੈਨੂੰ ਬਿਲਕੁਲ ਫੀਲ ਹੀ ਨਹੀਂ ਹੁੰਦਾ। ਜਦੋਂ ਆਪਣੇ ਘਰ ਦਾ ਮਾਹੌਲ ਇੰਨਾ ਵਧੀਆ ਹੋਊਗਾ ਫਿਰ ਆਪਾਂ ਨੂੰ ਕੁਛ ਨਹੀਂ ਫੀਲ ਹੁੰਦਾ। ਸਹੀ ਗੱਲ ਹੈ ਬਿਲकुल। क्योंकि अपना है बारवाई मकान, इनका शहर में मकान। अच्छा अच्छा। ਅਸੀਂ ਹੁਣ ਜੋ ਮੇਰੇ ਸਹੁਰੇ ਅਸੀਂ ਬਾਰ-ਬਾਰ ਸਾਈਡ ਰਹਿੰਦੇ ਆ बारवाई है ਔਰ अपना। ਮੇਰਾ ਪੇਕਾ ਘਰ ਹੈ ਉਹ ਸ਼ਹਿਰ 'ਚ ਹੈ ਸ਼ਹਿਰ ਚ ਬਿਲਕੁਲ, ਸਨਾਮ ਤਾਂ ਉਧਰ ਰੌਣਕ ਜਿਵੇਂ ਬਹੁਤ ਹੈ। ਤਾਂ ਉੱਥੇ ਤਾਂ ਹੁਣ ਜਿਵੇਂ ਅਨਮੈਰਿਡ ਟਾਈਮ ਤਾਂ ਕਦੇ ਸਬਜ਼ੀ ਲਿਆ ਕਦੇ ਕੁਛ ਲਿਆ ਫਿਰ ਹੀ ਜਾਣਾ। ਤਾਂ ਇਹਨਾਂ ਨੂੰ ਐਸੇ ਵੀ ਪਤਾ ਨਹੀਂ ਇਹ ਰਹੂਗੀ ਕਿ ਨਹੀਂ ਰਹੂਗੀ। नहीं पर इसने हमारा साथ बहुत दिया, न्यू नहीं है। जो ये चीज है सिंह की कि हाँ मम्मी है बस, ना तो बिल्कुल करण जानी ही नहीं है बिल्कुल भी। हाँ तब होया हमारा गुजारा। जब मैं हरियाणा में भी लेके गई, खेत में ले गई, हमारा ज़मीन है तो उसमें वो जो हमारा तो बेर बोलते हैं उनका, उरे बोले उन्हें बेरी पंजाब में, हमारा और भाषा है उरा और भाषा है। तो मैं खेत में ले गई, इसने मैंने कहा सिंह कि ये अपने खेत हैं भाई दिखाओ तो शरीर बच्चा के पता लगेगा इनका कि किससे खेत कोई मारे बकाई। तो खेत में ले गई मैं, तो यह न्यू पार्ट टेक के हौली हौली कदे तेरा कंडा ना चुभ जावन। मन इसने हस्या सिंह की तू देखिए अपनी जमीन है तू भैंस रख ले और भाई हमने घी दूध पुचाई जाई सुना। मैं ले नहीं मम्मी, मैं कदे घूंघट जरूर निकालना पड़ेगा। बोले नहीं मम्मी ये नहीं करूंगी ये तो नहीं हो पाएगा। हाँ, तो ये देखो हरियाणा में पंजाब का बच्चा थोड़ी सेट होगा, हरियाणा का बच्चा पंजाब में हो जाएगा। क्योंकि जो पंजाब में है बहू बेटी का पता नहीं लग गया, खुल्लम खुल रहा से कोई पर्दा नहीं कोई वो नहीं। और हरियाणा में बेटी का और बहू का पता लगा क्योंकि वो घूंघट सिर ढकना मतलब ये थोड़ा सा अलग है। तो ਮਤਲਬ ਹਰਿਆਣੇ 'ਚ ਤਾਂ ਜਿਵੇਂ ਨੂੰਹ ਸੱਸ ਜਿੱਥੇ ਨੂੰਹ ਹੈ ਸੋਹਰਾ ਹੈ ਉੱਥੇ ਨੂੰਹ ਰੂਮ 'ਚ ਵੀ ਨਹੀਂ ਜਾ ਸਕਦੀ, नहीं ਇੰਨੀ ਸਟਿਕਨੈਸ ਹੈ। हाँ, जो सास ससुरे जब बेड पे बैठे हैं तो बहू पीढ़ी लेके बैठेगी नीचे, इतने रिवाज ਔਰ है हमारे ਹਰਿਆਣੇ वो। 'ਚ ਇਹ ਹੈ ਕਿ ਨੂੰਹ ਦੇ ਬੈੱਡ ਤੇ ਸੋਹਰਾ ਨਹੀਂ ਨਹੀਂ। ਬੈਠਦੇ। तेरा ਅਸੀਂ अंकल ਪਾਪਾ ਨੂੰ ਇੰਨਾ ਕਹਿੰਦੇ तेरा ਆ ਵੀ अंकल ਸਾਡੇ कदे room नहीं ਚ बढ़ता ਆ ਜਾਓ। इसके रूम में कदे ਹੁਣ भी। ਹਜੇ ਰੀਸੈਂਟਲੀ ਹੁਣ ਆਣ ਲੱਗ ਗਏ। हाँ ये तो कह दें सब आज ਆ कोई डर ਜਾਂਦੇ ਆ, नहीं है। ਪਰ ਦੇਖ ਲਓ हाँ। ਸਾਡੇ ਵਿਆਹ ਨੂੰ 7 ਸਾਲ ਹੋ ਗਏ ਪਰ ਅੱਜ ਤੱਕ ਕਦੇ ਵੀ ਨਹੀਂ। ना अच्छा हाँ ਮਤਲਬ ਮੈਂ ਕਹਿ ਰਹੀ ਹਾਂ ਮੇਰਾ ਹਸਬੈਂਡ ਮੈਨੂੰ ਹਜੇ ਤੂੰ ਤੜਾਕ ਕਰਕੇ ਬੋਲੂਗਾ ਪਰ ਪਾਪਾ ਨੂੰ ਨਾ ਮੈਂ ਪਾਪਾ ਦੀ ਵੀ ਥੋੜੀ ਸ਼ਾਈ ਨੇਚਰ ਹੈ, ਮੈਂ ਵੀ ਮਤਲਬ ਸ਼ੁਰੂ ਤੋਂ ਪਾਪਾ ਨਾਲ ਇੰਨਾ ਨਹੀਂ ਖੁੱਲੀ ਕਿਉਂਕਿ ਉਹ ਵੀ ਥੋੜੇ ਸ਼ਾਈ ਹੈ ਨਹੀਂ ਇੰਨਾ ਬੋਲਦੇ। ਪਰ ਉਹ ਜਦੋਂ ਵੀ ਮੈਂ ਉਹਨਾਂ ਨੂੰ ਫੋਨ ਕਰਾਂ ਨਾ ਉਹਨਾਂ ਨੇ ਮੈਨੂੰ ਹਾਂਜੀ ਤੋਂ ਹਾਂ ਵੀ ਨਹੀਂ ਕਹਿੰਦੇ, ਹਾਂਜੀ ਹਾਂਜੀ। ਮੈਨੂੰ ਇੰਨਾ ਵਧੀਆ ਲੱਗਦਾ, ਮੈਂ ਆਪਣੇ ਫਰੈਂਡ ਸਰਕਲ 'ਚ ਦੱਸਦੀ ਨਾ ਮੈਂ ਆਪਣੇ ਸਹੁਰੇ ਨੂੰ ਫੋਨ ਕਰਦੀ ਨਾ ਮੈਨੂੰ ਹਾਂਜੀ ਬੋਲਦਾ ਇੰਨਾ ਹੈਰਾਨ ਹੁੰਦੀ ਹੈ। क्योंकि ये थोड़ा सा मतबल सिरे बोल रहा है, न्यू नहीं, ये भी सोरा ससुर की लिहाज रखा है। जो हमारी छोटे वाली बहू है ना वो जो मेरी लड़की है ना उस तरह बोल रहा है और पापा ठीक हो कहोगा हाँ बेटा ठीक है। वो जैसे मेरी लड़की बात करे वो ऐसे ये इब्बी भी शर्मावा सा थोड़ी सी पापा ते मतलब ये शर्माओ थोड़ी इब्बी भी न्यू नहीं है। जब खाना खाना तो पापा ये चीज़ लेनी है तो कहूँगा लेनी होगी तो कहूँगा हाँ लेनी है, नहीं लेनी होगी तो नहीं। और वो खुल के बतलाओगी पापा ठीक हो हाँ ठीक है बेटा ऐसा नेचर है उसका। ये ਮੈਨੂੰ ਸ਼ੁਰੂ ਤੋਂ ਜਿਵੇਂ ਉਹਨਾਂ ਦਾ ਪਤਾ ਨਾ ਕੁਝ ਸ਼ੁਰੂ ਤੋਂ ਮਾਈਂਡ 'ਚ ਵੀ ਸਾਡੇ ਪਾਪਾ ਬਹੁਤ ਸਟ੍ਰਿਕਟ ਹੈ ਬਹੁਤ ਸਟ੍ਰਿਕਟ ਹੈ ਤਾਂ ਉਹ ਚੀਜ਼ ਮਾਈਂਡ 'ਚ ये डरा के रख रखी थी। जो मेरा छोरा था डरा रखी थी पहले में। एक बार ये मंदिर में आई होगी उसने इन फोटो फाटो दिखा दिया मेरा छोरा ने। ਅਨਮੈਰਿਡ ਸੀ ਨਾ ਜਦੋਂ ਮੈਂ, ਪਾਪਾ ਹੈ ਨਾ ਬਾਲਾ ਜੀ ਮੰਦਿਰ ਹੈ ਨਾ ਸਾਡੇ ਸੁਨਾਮ ਉਹਨਾਂ ਦੇ ਮੈਂਬਰ ਹੈ। ਤਾਂ ਅਨਮੈਰਿਡ ਟਾਈਮ ਇੱਕ ਵਾਰ ਸਾਨੂੰ ਮੇਰੀ ਫਰੈਂਡ ਮੈਨੂੰ ਵੈਸੇ ਹੀ ਲੈ ਗਈ, ਮੈਨੂੰ ਨਹੀਂ ਪਤਾ ਸੀ ਵੀ ਪਾਪਾ ਉੱਥੇ ਹੀ ਹੁੰਦੇ ਆ ਪ੍ਰਸ਼ਾਦ ਦਿੰਦੇ ਆ। ਤੇ ਮੈਂ ਚਲੀ ਗਈ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਹੋਇਆ ਸੀ, ਫੋਟੋ ਦਿਖਾਈ ਹੋਈ ਸੀ। ਜਦੋਂ ਮੈਂ ਮੰਦਿਰ ਅੰਦਰ ਐਂਟਰ ਕਰੀ ਪ੍ਰਸ਼ਾਦ ਲੈਣ ਮੇਰੇ ਤਾਂ ਹੱਥ ਕੰਬਣ ਲੱਗੇ। ਤਾਂ ਮੈਂ ਕਿਹਾ ਹਾਏ ਮੈਨੂੰ ਪਹਿਚਾਣ ਹੀ ਨਾ ਲੈਣ, ਇੰਨਾ ਡਰ ਸੀ ਉਸ ਟਾਈਮ। ਇਹ ਬਾਜ਼ਲੀ ਉੱਤੇ ਡਟੀ ਨਹੀਂ। ਅੱਛਾ ਜਦੋਂ ਤੁਸੀਂ ਫਰਸਟ ਸੈਲਰੀ ਆਪਣੇ ਸਹੁਰੇ ਸਾਹਿਬ ਨੂੰ ਦਿੱਤੀ इब्बी देवा इब्बी एक बार हमने कह भी दई बोले सिंकी ने बोल दे भाई अपनी जिंदगी आप जीवे भाई ये भाई देखे ना गेरा मेरा अकाउंट में
मनीष ने कहा मासी की तेरे पापा ने 2-3 बारी बोल दिया भी तेरे पापा ने सैलरी ना करा भी बच्चा की भी कोई चा पूरा होने का, हमारा तो जो पापा का गचा पूरा हो जाएगा ना बाद में नहीं होगा मम्मी, हम तो टेंशन फ्री हाँ, मैं तो यूं ही घेरूंगी, मैं तो सैलरी पापा ने देनी। ਸ਼ੁਰੂ ਤੋਂ ਅਸੀਂ ਆਪਣੇ ਖਰਚੇ ਆਪ ਕਰੇ ਨੇ, ਘਰ ਦੇ ਵੀ ਅਸੀਂ ਆਪਣੇ ਵੀ, ਹਨਾ। ਤੇ ਸਾਨੂੰ ਸ਼ੁਰੂ ਤੋਂ ਐਂ ਹੀ ਸੀ ਵੀ ਵੱਡੇ ਦੇ ਹੱਥ 'ਚ। ਔਰ ਹਾਂ ਸਾਡੇ ਘਰ 'ਚ ਇਹ ਚੀਜ਼ ਹੈ, ਚਾਹੇ ਮੰਮੀ ਹੈ ਪਰ ਜੋ ਸਾਡਾ ਘਰ ਮੇਰੇ ਉਹਦੇ ਵਿੱਚ ਇਹ ਹੈ ਕਿ ਜੋ ਸਾਡਾ ਘਰ ਸਾਡੇ ਪਾਪਾ ਦੀ ਵਜ੍ਹਾ ਤੋਂ ਹੈ ਨਾ, ਉਹ ਮੰਮੀ ਵੀ ਨਹੀਂ ਕਰ ਸਕਦੇ। ਚਾਹੇ ਸਾਡੇ ਪਾਪਾ ਬੋਲਦੇ ਨਹੀਂ, ਸਟ੍ਰਿਕਟ ਵੀ ਨਹੀਂ ਕਹਿ ਸਕਦੇ, ਜਿੱਥੇ ਬੋਲਣਾ ਉੱਥੇ ਪੂਰਾ ਬਤੇਰਾ ਬੋਲਣਾ ਹੈ, ਉਦਾਂ ਨਹੀਂ। ਉਦਾਂ ਅਸੀਂ ਕੁਛ ਮਰਜ਼ੀ ਕਰੀ ਜਾਈਏ। ਮੰਮੀ ਹੁਣ ਪਾਪਾ ਨੂੰ ਮਜ਼ਾਕ ਚ ਇੰਨਾ ਕੁਝ ਬੋਲ ਦਿੰਦੀ, ਓਏ ਬੁੱਢੇ ਓਏ, ਮਤਲਬ ਸਿੱਧਾ ਚੱਲਦੇ ਆ, ਕਿਉਂਕਿ ਕਦੇ ਪਾਪਾ ਕੁਛ ਨਹੀਂ ਕਰਦੇ। ਪਰ ਸਾਡਾ ਘਰ ਅਸੀਂ ਕਹਿੰਦੇ ਆ, ਮਤਲਬ ਸਾਡਾ ਘਰ ਅੱਜ ਤੱਕ ਸਾਡੇ ਪਾਪਾ ਦੀ ਵਜ੍ਹਾ ਤੋਂ ਹੀ ਵਧੀਆ ਚੱਲ ਰਿਹਾ। ਖਰਚੇ ਦੇ ਤੌਰ ਤੇ ਲਾ ਲਓ, ਪੂਰਾ ਇਨਵਾਇਰਨਮੈਂਟ ਲਗਾ ਲਓ, ਮਤਲਬ ਅਸੀਂ ਤਾਂ ਇਹੀ ਮੰਗਦੇ ਨਾ ਵੀ ਸਾਡੇ ਪਾਪਾ ਦੀ ਲੰਬੀ ਉਮਰ ਹੋਵੇ ਪੂਰੀ, ਕਿ ਸਾਡੇ ਘਰ ਦਾ ਮਾਹੌਲ ਵਧੀਆ ਰਹੇ। ਕਰਤਾ ਧਰਤਾ ਕਹਿੰਦੇ ਨਾ, ਤਾਂ ਸਾਨੂੰ ਐ ਨਹੀਂ ਫੀਲ ਹੁੰਦਾ ਅਗਰ ਅਸੀਂ ਆਪਣੀ ਸੈਲਰੀ ਉਹਨਾਂ ਨੂੰ ਦੇ ਰਹੇ ਹਾਂ ਨਾ, ਸਾਨੂੰ ਇੰਨਾ ਪਤਾ ਸਾਡੀ ਸੈਲਰੀ ਵੇਸਟ ਨਹੀਂ ਜਾ ਰਹੀ, ਕਿਸੇ ਅੱਛੇ ਉਸ ਚ ਲਗਾ ਲਓ ਜਮਾ ਹੋ ਰਹੀ ਹੈ ਜਾਂ ਕੁਛ ਵੀ। ਉਹਨਾਂ ਨੂੰ ਸਭ ਟੈਨਸ਼ਨ ਹੈ, ਸਾਡੇ ਤੋਂ ਬਾਅਦ ਉਹਨਾਂ ਨੂੰ ਟੈਨਸ਼ਨ ਹੈ। ਦੇਖੋ ਅਸੀਂ ਤਾਂ ਲਿਆ ਕੇ ਸੈਲਰੀ ਉਹਨਾਂ ਨੂੰ ਦੇ ਦੇਣੀ, ਪਰ ਮੈਨੇ ਅਨਮੈਰਿਡ ਟਾਈਮ ਖਰਚੇ ਕਰੇ ਹੋਏ ਆ ਨਾ ਸਾਰੇ, ਮੈਨੂੰ ਪਤਾ ਕਿੰਨੇ ਖਰਚੇ ਹੁੰਦੇ ਆ। ਜਦੋਂ ਮੈਂ ਵਿਆਹ ਤੋਂ ਬਾਅਦ ਮੈਂ ਇੰਨੀ ਮਤਲਬ ਰਿਲੈਕਸ ਹੋ ਗਈ ਵੀ ਹਾਏ ਉਰੇ ਤਾਂ ਕੋਈ ਖਰਚਾ ਹੀ ਨਹੀਂ ਕਰਨਾ ਆਪਣੇ ਆਪ, ਕੋਈ ਸੌਦਾ ਨਹੀਂ ਲੱਗਣਾ, ਕੋਈ ਦੁੱਧ ਨਹੀਂ ਲੱਗਣਾ, ਕੋਈ ਸਬਜ਼ੀ ਵਾਲੇ ਨੂੰ ਦੇਣੇ, ਅੱਧਾ ਰਿਲੈਕਸ ਤਾਂ ਮੈਂ ਐਂ ਹੀ ਹੋ ਗਈ, ਕਿਉਂਕਿ ਉੱਥੇ ਸਾਰਾ ਬਰਡਨ ਮੇਰੇ ਤੇ ਹੀ ਸੀ, ਮੈਂ ਹੀ ਕਰਦੀ ਹੁੰਦੀ ਸੀ। तो इसलिए उरे आके तो बहुत रिलीफ है, मतलब सिस्टमेटिक वे ना होती है। उसका सुबह इस तरह का है, हौली हौली बोल लेगा, हम तो लवा जाके सुना रखिए कहो के कान साफ करवा लो, फिर ऊंचा बोल लेगा। तो एक बारी कोई आ गया गली में, बोले आधे खा लो, मैंने हमने क्या आधे खाना, हम तो खुद पंडित हैं कि आंटी थोड़ा सा आटा ही पा दिए। तो मन कर दिया, बोले तेरा घराड़ा बहुत अच्छा है, बोले राम है बिल्कुल राम। मैंने क्या हाँ राम है, बोला जब छड़ जाता है तो फिर रावण बन गया है। मैं बोली हाँ बात तो यही है। तो तेरा अंकल पहले सेलर में नौकरी कराया करता, तो रोटी खाना होता दोपहर में। मैंने कहा आज वो कोई हाथ देखने वाला आया था, तो बोले अच्छा। तो सवेरे सौदा खातर पैसे लेके गया था, भी कुछ पैसे दे दो तो मैं आंता आंता सामान ले आऊँ, तो सामान नहीं लाया। तो मैं बोली वो हाथ देखने वाला आया था, वो नहीं लाया, तेरा घर वाला राम है। बोले हूँ। फिर माँ वो कहा था छड़ जा तो रावण, तो बोले हूँ। मैं बोली सौदा नहीं लाया आज, बोले वो तेरा बाप मन रावण का था, उससे तो मंगा ले। मतलब इन्ना दी ना करे जो नोक जोग हुंदी है ना, इन्नी फनी हुंदी है, ਅਸੀਂ ਇੰਨਾ ਹੱਸਦੇ ਆ ਪੂਰਾ ਮਨ ਲਵਾਈ ਰੱਖਦੇ। क्योंकि जो मेरे देवर होया करते वो बहुत छोटे होया करते, तो उन्होंने कदे मजाक नहीं कराया, वो हमने माँ के रूप में मान्या करते कि बड़ी है माँ वर्गी है। तो जो देवर साथ जो मजाक करना हो मैं तेरे अंकल का साथ करूँ, उसने छेड़ छाड़ी जाऊंगी, न्यूस है। और फिर कदे सासू साथ जो लड़न का वो है ना, जो सास बहू लड़या करे, मेरा माँ बाबा फीलिंग मैं भी लड़ूं, सास होती तो मैं लड़ती, तो मैं तेरे अंकल ने छेड़ दूं तो फिर सरू फिर वो सास बन जाए मेरी। नहीं ਅਸੀਂ ਇਹ ਤਾਂ ਅਸੀਂ ਕਹਿੰਦੇ ਆ, ਮੰਮੀ ਕਹਿਣਗੇ ਮੇਰਾ ਹਸਬੈਂਡ ਮੇਰੀ ਸੱਸ ਹੈ, ਮੈਂ ਕਹੂੰਗੀ ਮੇਰਾ ਹਸਬੈਂਡ ਮੇਰੀ ਸੱਸ ਹੈ, ਕਿਉਂਕਿ ਇਹ ਗੱਲ ਬਿਲਕੁਲ ਸਹੀ ਹੈ। ਪਾਪਾ ਤੇ ਮੇਰੇ ਹਸਬੈਂਡ ਦੀ ਨੇਚਰ ਬਿਲਕੁਲ ਸੇਮ ਹੈ, ਬਿਲਕੁਲ। ਜਦੋਂ ਇਨਕਾ ਮੇਰਾ ਨੇਚਰ ਫਿਰ ਉਹ ਪੂਰੇ ਭੈੜੇ ਹੋ ਜਾਂਦੇ ਆ। ਪਰ ਇਹ ਹੈ ਮੰਮੀ ਨੇ ਕਦੇ ਅੱਜ ਤੱਕ ਆਪਣੇ ਮੁੰਡੇ ਦਾ ਸਾਥ ਨਹੀਂ ਦਿੱਤਾ, ਹਮੇਸ਼ਾ ਮੇਰੇ ਨਾਲ। ਕੋਈ ਮੈਂ ਕੁਝ ਕਹਿ ਦਾਂ ਮੰਮੀ, ਜਿਵੇਂ ਸਾਡੀ ਕੋਈ ਕਈ ਵਾਰ ਹੋ ਵੀ ਜਾਂਦੀ ਹੈ, ਤਾਂ ਮੰਮੀ ਇਹਨੂੰ ਕੀ ਹੋ ਗਿਆ, ਮੰਮੀ ਮੈਨੂੰ ਪਹਿਚਾਨ ਲੈਣਗੇ, इसका मुंह पढ़ूंगी मैं, आज होगी कोई गड़बड़। ਫਿਰ ਮੰਮੀ ਮੈਨੂੰ ਪੁੱਛਣਗੇ ਆ ਹੋ ਗਿਆ, ਮੰਮੀ ਨਾਲ ਦੀ ਨਾਲ ਬੁਲਾ ਲੈਣਗੇ ਉਰੇ ਓਏ, ਉਹ ਫਿਰ ਉਹਨੂੰ ਡਾਂਟਣਗੇ ਚੰਗੀ ਤਰ੍ਹਾਂ। ਆਂਟੀ ਇੱਕ ਹੁੰਦਾ ਕਿ ਵਿਆਹ ਨੂੰ ਹਜੇ 1-2 ਸਾਲ ਹੋਏ ਨੇ ਤਾਂ ਤੁਸੀਂ ਏਦਾਂ ਹੋ, ਪਰ 7 ਸਾਲ ਹੋ ਗਏ ਨੇ ਏਦਾਂ ਦੇ ਏਦਾਂ ਹੀ ਹੋ। इदा बिल्कुल। अगर बाजार जाना तो कोई इसकी चीज लेनी ने तो बराबर मेरी आओगी, चाहे मेरे लवा है वो चीज, मैं कहूँगी सिंकी है मेरे लवा, मेरी नहीं लानी बेटा, तो लियानी है लियानी। ਕਿਉਂਕਿ ਮੈਨੂੰ ਐ ਹੁੰਦਾ ਵੀ ਹਨਾ, ਜਿਵੇਂ ਇਹ ਦੱਸਦੇ ਹੁੰਦੇ ਆ ਵੀ ਦੇਖੋ ਇਹਨਾਂ ਦੇ ਸ਼ੌਂਕ ਵੀ ਨਹੀਂ ਕਦੇ ਪੂਰੇ ਹੋਏ। ਹਰਿਆਣੇ ਦੇ ਵਿੱਚ ਇਹੋ ਜਿਹਾ ਕੁਛ ਤਾਂ ਸਿਸਟਮ ਹੁੰਦਾ ਹੀ ਨਹੀਂ। ਚਲੋ ਤਾਂ ਮੈਨੂੰ ਐ बहुआ के नहीं चाह पूरे होंगे हरियाणा में ना। ਤਾਂ ਮੈਨੂੰ ਐ ਹੁੰਦਾ ਅਗਰ ਮੈਂ ਆਪਣੇ ਸ਼ੌਂਕ ਪੂਰੇ ਕਰ ਰਹੀ ਹਾਂ ਤਾਂ ਇਹਨਾਂ ਦੇ ਵੀ ਤਾਂ ਕੌਣ ਕਰੂਗਾ ਹਨਾ। ਉਹ ਤੁਹਾਡੇ ਸ਼ੌਂਕ ਪੂਰੇ ਕਰ ਰਹੇ, ਤੁਸੀਂ ਉਹਨਾਂ ਦੇ। ਦੇਖ ਲਓ ਕਿੱਦਾਂ ਨਾ ਸੰਜੋਗ ਜੁੜੇ ਸੀ, ਕਿੱਦਾਂ ਤੁਸੀਂ कदे जानते नहीं थे पहचानते नहीं थे, न्यू जुड़े। हाँ तो मैं तो न्यू ही कहूँ भाई मेरी दोनों बहू मेरी बेटी बन की रहे, और दोनों बेटा मेरा जो ईब से ने मेरा
बेटा भी मेरा बहुत अच्छा है, न्यू नहीं है, दोनों के दोनों। पर मैं तो यही कहना चाहूंगी कि जो आप ये मुंह धो लिया है ना, सेवा बेटा करेंगा और सेवा बेटी करेंगी, तो मैं ये कहना चाहूँ सू ना सेवा बेटी करे ना वो बेटा करे, क्योंकि बेटा ने तो नौकरी जाना, बेटा तो थोड़ी सी बात पूछ लेगा कि मम्मी ठीक है, कुछ चाहिए, कुछ तकलीफ तो नहीं, यही पूछेगा ना। और जो बेटी है वो 2-4 दिन आके पूछ लेगी कि मम्मी ठीक है, भाभी तो नहीं कुछ कह रही, भाई तो नहीं कुछ कह रही। तो सही सेवा तो बहू करेंगी पक्की में। तो मैं तो न्यू ही कहना चाहूँ सू भी बुढ़ापा नहीं रलाना चाहिए, क्योंकि आज हमारा टाइम है तो कल इनका भी टाइम आएगा। बिल्कुल ठीक है ना। हाँ आ जा। हाँ मेरे किसी शौक ਨੂੰ ਦਬਨ ਨਹੀਂ ਦਿੱਤਾ। ਜੋ ਸ਼ੌਂਕ ਬਚਪਨ ਚ ਲਗਾ ਲਓ ਜਾਂ ਅਨਮੈਰਿਡ ਟਾਈਮ ਲਗਾ ਲਓ, ਅਸੀਂ ਨਹੀਂ ਕਰ ਪਾਏ ਨਾ, ਪੈਸੇ ਦੀ ਕਮੀ ਕਰਕੇ ਲਗਾ ਲਓ ਜਾਂ ਜਿਵੇਂ ਵੀ, ਇਹਨਾਂ ਨੇ ਮੈਨੂੰ ਹਰ ਇੱਕ ਚੀਜ਼ ਚ ਖੁੱਲ੍ਹ ਦਿੱਤੀ ਹੈ। ਜੋ ਮੈਂ ਕਹਿਦਾ ਨਾ ਕਿ ਮੰਮੀ ਐਵੇਂ, ਹਾਂ ਬਿਲਕੁਲ ਸਹੀ ਹੈ, जरूर बच्चा का चाह पूरा होना चाहिए ना। मतलब मैं थोड़ी, मेरी नेचर ना इस टाइप दी है, मौज मस्ती जी वाली। चाहे मेरे को पैसे घट होणगे ना, मैं फिर भी मेरी नेचर ਇਹੋ ਜਿਹੀ ਹੈ ਕਿ मौज मस्ती करनी है, चाहे जिवें मर्जी करो। ਤਾਂ ਮੈਂ, ਮੇਰਾ ਵਿਆਹ ਹੋਇਆ, ਮੈਂ ਵੀਡੀਓਜ਼ ਬਣਾਉਣ ਲੱਗੀ, ਮੈਨੂੰ ਨਹੀਂ ਪਤਾ ਸੀ ਇਹ ਵੀ ਹੈਗੇ ਨੇ। ਮੈਂ ਹੱਸਦੀ ਹੁੰਦੀ ਆ ਵੀ ਇਹਨਾਂ ਦਾ ਟੈਲੈਂਟ ਤਾਂ ਤੁਸੀਂ ਦਬਾ ਰੱਖਿਆ, ਮੇਰੇ ਤੋਂ ਵੱਧ ਤਾਂ ਇੱਧਰ ਹੈ ਟੈਲੈਂਟ। ਸਹੀ ਗੱਲ ਹੈ, ਸਹੀ ਗੱਲ ਹੈ। ਵੀਡੀਓਜ਼ ਬਣਾਉਣ ਲੱਗੀ। ਇਹ ਕਿੱਦਾਂ ਸ਼ੁਰੂਆਤ ਹੋਈ ਆਂਟੀ, ਕਿੱਦਾਂ ਮੈਂ ਦੱਸਦੀ ਆ, ਮੈਨੂੰ ਸ਼ੌਂਕ ਸੀ ਵੀਡੀਓਜ਼ ਦਾ। ਚਲੋ ਵਿਆਹ ਤੋਂ ਬਾਅਦ ਬਣਾਉਂਦੀ ਛੱਡਤੀ, ਬਣਾਤੀ ਛੱਡਤੀ। ਫਿਰ ਜਿਵੇਂ ਜਿਵੇਂ ਹੁਣ ਆਏ ਗਿਆ ਨਾ ਫੇਸਬੁੱਕ, ਇੰਸਟਾ, ਇਹ ਉਹ ਇੰਨਾ ਕੁਛ, ਮੇਰਾ ਸ਼ੌਂਕ, ਮੈਨੂੰ ਤਾਂ ਵੈਸੇ ਹੀ ਚੀਜ਼ਾਂ ਦਾ ਸ਼ੌਂਕ ਸੀਗਾ, ਮੈਂ ਕਰਨ ਲੱਗ ਗਈ। ਵਿੱਚ ਫਿਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਮੰਮੀ ਤੁਸੀਂ ਆਪਾਂ ਇਕੱਠੇ ਬਣਾਇਆ ਕਰਾਂਗੇ, ਜਿਵੇਂ ਆਪਾਂ ਦੇਖਦੇ ਸੱਸ ਨੂੰਹਾਂ ਬਣਾਉਂਦੇ ਨੇ। ਮੰਮੀ ਕਹਿੰਦੇ ਹਾਂ 1-2 ਬਣਵਾਈਆਂ। ਮੈਂ ਕਿਹਾ ਜੀ ਮੈਂ 5-6 ਟੇਕ ਚ ਕਰਦੀ ਹਾਂ, ਤੁਸੀਂ ਤਾਂ 1 ਟੇਕ ਚ ਹੀ ਕਰ ਲੈਂਦੇ ਹੋ। ਤਾਂ ਇਹਨਾਂ ਦੀ ਇਹ ਚੀਜ਼ ਸਭ ਨੂੰ ਪਸੰਦ ਵੀ ਆਈ। ਫਿਰ ਅਸੀਂ ਵਿੱਚ ਕਾਫੀ ਜਣਿਆਂ ਨੇ ਮੰਮੀ ਨੂੰ ਫੇਰ ਬੋਲਣ ਲੱਗਾ, ਪੱਕਾ ਮੈਂ ਬੁੱਢਾ ਮੇਰਾ ਕੀ ਕਰਨ ਲੱਗ ਗਈ ਥਮ। ਚਲੋ ਉਹ ਨਹੀਂ ਕਰਨਾ ਵੀ ਨਹੀਂ ਇੰਨਾ ਉਹ ਕਰਦੇ, 1-ਅੱਧੀ ਵਾਰ ਕਹਿ ਦਿੰਦੇ, ਗਵਾਂਡ ਚ ਲਗਾ ਲਓ, ਰਿਸ਼ਤੇਦਾਰੀ ਚ ਲਗਾ ਲਓ, ਮੰਮੀ ਦੇ ਇਹ ਵੀਡੀਓ ਬਣਾਓ ਹੈ, ਤੇਰੀ ਨੂੰ ਸਾਰਾ ਦਿਨ ਵੀਡੀਓ ਹੀ ਬਣਾਉਂਦੀ ਰਹਿੰਦੀ, ਕੰਮ ਕਦੋਂ ਕਰਦੀ ਹੈ। ਮੰਮੀ ਕਹਿੰਦੀ ਹੋਰ ਮੇਰਾ ਕੰਮ ਤਾਂ, ਮੇਰੇ ਘਰ ਦਾ ਕੰਮ ਤਾਂ ਤੁਸੀਂ ਕਰਕੇ ਆਓ ਸੋ। ਤਾਂ ਮੰਮੀ ਨੇ ਅੱਗੋਂ ਆਇਆ ਜਵਾਬ ਦਿੱਤਾ, ਦੇਖੋ ਜੇ ਇਹੀ ਜਗ੍ਹਾ ਤੇ ਕੋਈ ਹੋਰ ਸੱਸ ਹੁੰਦੀ, ਅਗਲੀ ਇੱਕਦਮ ਭੜਕ ਜਾਂਦੀ ਹੈ ਨਾ। ਪਰ ਇਹਨਾਂ ਨੇ ਮੇਰੀ ਉਦੋਂ ਤੋਂ ਹੀ ਵਧੀਆ ਸਪੋਰਟ ਕਰੀ। ਫਿਰ ਅਸੀਂ ਫੇਰ ਰੁਕ ਗਏ। ਚਲੋ ਕੱਲ ਨੂੰ ਆਂਟੀ ਕੋਈ ਬੋਲਦਾ ਵੀ ਨਹੀਂ ਹੋਣਾ ਫਿਰ। एक बारी की होया, ये अंदर का ये, क्योंकि झाड़ू पोछा वाली तो हमने कम में रखी है, ये जो जानसू है के बाद रखी है, और हमने वो उनका काम पसंद भी नहीं आवा, क्यों ये भी नखरेगारी तो ऊपर मैं भी नखरेगारी। तो मैं पोछा लाने लग रही तो 2 जने आए बाइक पे हमारे पड़ोस में, तो बोले राज, बोले हाँ क्या कर रही है, बोले जोनी ब्याह दिया, ये भी तू पोछा लावा। मैं बोली पोछा लाऊंती दिखेगी मैं, ये सुबह तेरे घराली गोबर गिरा वो ना दिखी तने। कहता मैं तो मजाक कर रहा था, मुड़ के नहीं बोले आज तक मैंने ਵੀ ਹਾਂ ਹੁਣ ਤਾਂ ਤੁਹਾਡੀ ਨੂੰਹ ਆ ਗਈ, ਤੁਸੀਂ ਕਿਉਂ ਕਰ ਰਹੇ ਹੋ। हाँ कोशिश देखो बहुत करिए, पर हमने कदे मानी नहीं ਕਰਿਆ। ਫਿਰ ਸਾਡੀ ਵੀਡੀਓਜ਼ ਤੇ ਵੀ ਬਹੁਤ ਇਤਰਾਜ਼ ਹੋਏ, ਬਣਾਉਣ ਲੱਗ ਗਈ ਇਹ ਉਹ। ਫਿਰ ਤਾਂ ਅਸੀਂ ਸ਼ੁਰੂ ਹੀ ਹੋ ਗਏ ਕਿ ਹੁਣ ਤਾਂ ਅਸੀਂ ਬਣਾਵਾਂਗੇ, ਜਿਹਨੇ ਬੋਲਣਾ ਬੋਲੋ, ਜਿਹਨੇ ਗੁੱਸਾ ਹੋਣਾ ਹੋਵੋ, ਨਹੀਂ ਬੁਲਾਣਾ ਨਾ ਬੁਲਾਓ, ਪਰ ਅਸੀਂ ਆਪਣੀ ਲਾਈਫ ਇੰਜੋਏ ਕਰਾਂਗੇ। ਦੇਖੋ ਸ਼ੁਰੂ ਤੋਂ ਇਹਨਾਂ ਨੇ ਆਪਣੀ ਲਾਈਫ ਨਹੀਂ ਇੰਜੋਏ ਕਰੀ ਹੈ ਨਾ, ਇੰਨੀ ਛੇਤੀ ਵਿਆਹ ਹੋ ਗਿਆ, ਫਿਰ ਰਿਸਪੌਂਸਿਬਿਲਿਟੀਜ਼ ਆ ਗਈਆਂ, ਅੱਗੋਂ ਫੈਮਿਲੀ ਇਹੋ ਜਿਹੀ ਮਿਲ ਗਈ, ਹਰਿਆਣਾ। ਤਾਂ ਮੈਨੂੰ ਐਂ ਹੁੰਦਾ ਜਿੰਨੇ ਸ਼ੌਂਕ ਮੰਮੀ ਪੂਰੇ ਹੁੰਦੇ ਨਾ ਕਰੋ, ਮੰਮੀ ਮੈਨੂੰ ਕਹੂਗੀ ਜਿੰਨੇ ਸ਼ੌਂਕ ਪੂਰੇ ਹੁੰਦੇ ਨਾ ਕਰੋ। क्योंकि माँ बाप का घर भी मेरे माँ ये सिखाया करती, क्योंकि हम 5 बहनें होया करती, 2 भाई होया करता, कि कोई उंगली ना टेक दे मेरी छोरियां पर। तो हम कमाए भी लड़का का डाल कमाया है, छोरियां पूरी बाएं के कमीज, ये बटना वाले कुर्ते और सिर के ऐसे चुन्नी बुकड़ी, न्यू ही रहा हम पीर में। तो ससुराल में भी वो 6-7 बहन भाई हम था, 6-7 आगे था, वही कंजर खाना पीछे छोड़ के आए थे, तो वही कंजर कचरे बचरे वो आगे वही बैठे थे। मैंने सोच लिया मैं अपनी तो जिंदगी भी इनमें है। तो 2 देवर तो न्यू लाले हम, मैं खुद नुआती दुआती मन, वो जो 2 देवर मेरे थे ने, वो मैंने बहुत प्यार दिया कर था, छोटा है मैंने नुआना खुआना, मतलब आज भी वो एक जो छोटा वाला है ना, आज भी वो बच्चा है बन के रहो ऐसे मेरा, समझ ली, क्योंकि मैंने उनका कराया है, उनने मेरा बहुत कराया है। हाँ तो आज भी वो न्यू ही कम से भाई भाभी नहीं भाई माँ ही है। छोटा वाला बहुत ज्यादा समझा है मैंने, और उसका जो एक लड़की लड़का है वो भी समझा है, और उसकी जो मेरी दरानी है ना वो भी मैंने बहन ही मांगा है। अगर उसकी माँ ने जो कोई बात नहीं बतानी होगी ना, वो बात मैंने बताओगी आज भी। हाँ तो यूं चल रहा था हमारा काम, तो पीछे भी हमारा ठीक था। आप तो देवी हो देवी। देखो
इनके लिए देवी हूँ, जो जिनका जलन वाला हूँ से उनके लिए तो मैं चिंडाली बहुत हूँ। क्योंकि पाने की कोशिश ਹੱਥ ਨੂੰ ਹੱਥ ਹੈ ਜਦੋਂ ਜਿਵੇਂ ਮੰਮੀ ਵਧੀਆ ਖੁਸ਼ ਨੇ ਫਨੀ ਉਸ ਚ ਨੇ ਫਿਰ ਮੰਮੀ ਬਹੁਤ ਵਧੀਆ। ਅਸੀਂ ਵੀ ਉਵੇਂ ਆ ਜਿਵੇਂ ਜਿਸ ਦਿਨ ਮੰਮੀ ਦਾ ਪਾਰਾ ਚੜਿਆ ਹੋਵੇ ਕਿਸੇ ਚੀਜ਼ ਨੂੰ ਲੈ ਕੇ ਫਿਰ ਅਸੀਂ ਸਾਰੇ ਚੁੱਪ ਰਹਿੰਦੇ ਆ ਵੀ ਅੱਜ ਨਹੀਂ ਬੋਲਣਾ, ਅੱਜ ਨਹੀਂ ਛੇੜਨਾ। यूं ही गुजारा है। जब किसी में गुस्सा है तो एक दूसरा नहीं बोलेगा, वो गुस्सा हो जाए। देखो परिवार में तो हम एक दूसरा यूं ऐसा रखना। ਹਾਂ ਇੱਕ ਜਣਾ ਗੁੱਸਾ ਹੈ ਨਾ ਅਗਰ ਘਰ ਦੇ ਵਿੱਚ ਜਿਵੇਂ ਪਾਪਾ किस ਗੁੱਸੇ तरह ਆ बोल रहा है ਤਾਂ ਅਸੀਂ ਤਿੰਨੋਂ ਚਾਰੋਂ ਚੁੱਪ ਕਰ ਜਾਂਦੇ ਆ ਵੀ ਚੁੱਪ ਕਰ ਨਹੀਂ ਜਾ। ਬੋਲਣਾ। ਕੋਈ ਹੋਰ ਗੁੱਸਾ ਹੈ ਅਸੀਂ ਬਾਕੀ ਚੁੱਪ ਕਰ ਜਾਂਦੇ ਆ ਵੀ ਬੋਲ 10 ਮਿੰਟ ਬਾਅਦ ਸਾਰਾ ਕੁਝ ਠੀਕ ਹੋ ਜਾਂਦਾ उस तरह हो जाए बस। ਉਵੇਂ ਹੀ ਫੇਰ ਸਾਰਾ। ਬਹੁਤ ਅੱਛੀ ਗੱਲ। तो हमारी फैमिली तो इस तरह चल रही है। देखो पता नहीं अच्छी चल रही है कि न्याऊ चल रही है, पर लोग बता रहे हैं। ਲੋਕਾਂ ਨੂੰ ਸਾਡੀ ਹਾਂ। ਜੋੜੀ ਬਹੁਤ ਪਸੰਦ ਆ ਰਹੀ ਹੈ। ਜਿਹਦਾ ਵੀ ਕਮੈਂਟ ਆਂਦਾ ਨਾ ਅਗਲਾ ਮੈਨੂੰ ਨਹੀਂ ਕਹੂਗਾ, ਮੈਨੂੰ ਅਜੇ ਬਾਅਦ ਚ ਕਹੂਗਾ ਤੇਰੀ ਸੱਸ ਬਹੁਤ ਵਧੀਆ, ਤੇਰੀ ਸੱਸ ਦੀ ਐਕਟਿੰਗ ਬਹੁਤ ਵਧੀਆ। ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਹਾਂ ਚਲੋ ਅੱਗੇ ਵਧ ਰਹੇ ਨੇ ਨਾ, ਅੱਛਾ ਲੱਗਦਾ ਹੈ। ਔਰ ਸਭ ਤੋਂ ਵੱਡੀ ਗੱਲ ਕਿ ਤੁਹਾਡਾ ਬੇਟਾ ਜਿਹੜਾ ਨਾ ਉਹ ਦਿਮਾਗ ਵੱਲੋਂ ਖੁਸ਼ ਹੈ ਕਿ ਮੇਰੀ ਸੱਸ ਤੇ ਮੇਰੀ ਮਾਂ ਤੇ ਮੇਰੀ ਵੋਟੀ ਦੀ ਮੇਰੀ ਸੋਚ ਹੀ ਇਹੀ ਹੈ, ਮੇਰੇ ਹਸਬੈਂਡ ਦੀ ਸੋਚ ਇਹ ਹੈ ਕਿ ਆਪਣੇ ਚ ਕੁਛ ਮਰਜ਼ੀ ਚੱਲ ਰਿਹਾ ਹੈ, ਆਪਣੀ ਚਲੋ ਹੋ ਜਾਂਦੀ ਹੈ ਹਸਬੈਂਡ ਵਾਈਫ ਦੀ ਕਦੇ ਕਵਾਰ, ਪਰ ਮੇਰੀ ਮੰਮੀ ਦੀ ਅਗਰ ਤੇਰੇ ਨਾਲ ਵਧੀਆ ਬਣ ਰਹੀ ਹੈ ਨਾ ਇਹ ਸਭ ਤੋਂ ਬੈਸਟ ਚੀਜ਼ ਹੈ। ਅੱਧਾ ਦਾ ਨਾ ਬੰਦਾ ਡਿਪਰੈਸ਼ਨ ਚ ਲਗਾ ਲਓ, ਘਰ ਤੋਂ ਤੰਗ ਲਗਾ ਲਓ ਤਾਂ ਹੋ ਜਾਂਦਾ ਅਗਰ ਉਹਦੀ ਵਾਈਫ ਤੇ ਉਹਦੀ ਮਾਂ ਦੀ ਨਾ ਬਣਦੀ ਹੋਵੇ। ਮੇਨ ਰੀਜ਼ਨ ਅੱਜ ਦੇ ਟਾਈਮ 'ਚ ਇਹ ਹੈ। ਇਹ ਕਿੰਨਾ ਵੱਡਾ ਟੌਪਿਕ ਹੈ ਤੇ ਇਹ ਚੀਜ਼ਾਂ ਬਟ ਸਹੀ ਨਹੀਂ ਹੋ ਰਹੀਆਂ। ਨਹੀਂ ਕੁਝ ਹੱਦ ਤੱਕ ਹੋਈਆਂ, ਜਿਵੇਂ ਤੁਹਾਡਾ ਪਰਿਵਾਰ ਆ, ਹੋਰ ਵੀ ਕਈ ਇੱਦਾਂ ਦੀਆਂ ਹੈਗੇ ਨੇ ਜਿਹੜੀ ਚੀਜ਼ਾਂ ਨੂੰ ਚੇਂਜ ਕਰ ਰਹੇ ਨੇ, ਬੇਟੀ ਹੀ ਸਮਝ ਰਹੇ, ਉਹ ਜੈਲਸ ਫੀਲ ਨਹੀਂ ਕਰ ਰਹੇ ਕਿ ਹਾਏ ਹੁਣ ਮੇਰਾ ਮੁੰਡਾ ਵਿਆਹਿਆ ਗਿਆ ਹੈ ਮੈਨੂੰ ਘੱਟ ਪੁੱਛੂਗਾ ਏਦਾਂ ਏਦਾਂ। ਨਹੀਂ ਇਹ ਚੀਜ਼ਾਂ ਮੈਨੂੰ ਐ ਲੱਗਦਾ ਜੇ ਮਤਲਬ ਮਾਂ ਦੀ ਉਹਦੀ ਨੂੰਹ ਨਾਲ ਵੱਧ ਬਣ ਰਹੀ ਹੈ ਨਾ ਤਾਂ ਮੁੰਡੇ ਨੂੰ ਇਹਦੀ ਟੈਨਸ਼ਨ ਖਤਮ ਕਰ ਦੇਣੀ ਚਾਹੀਦੀ ਹੈ, ਔਰ ਸੱਸ ਨੂੰ ਵੀ ਇਸ ਚੀਜ਼ ਦੀ ਟੈਨਸ਼ਨ ਖਤਮ ਕਰ ਦੇਣੀ ਚਾਹੀਦੀ ਹੈ ਵੀ ਉਹਦਾ ਮੁੰਡਾ ਕਿਤੇ ਨਹੀਂ ਜਾਊਗਾ। ਅਗਰ ਤੁਹਾਡੀ ਆਪਸ 'ਚ ਬਣ ਰਹੀ ਹੈ ਤਾਂ ਕਿਉਂ ਕਰੇ ਕੁਝ ਹੋਊਗਾ ਨਾ। ਤਾਂ ਇਹ ਸੋਚ ਥੋੜੀ ਜੀ ਹੋ ਵੀ ਰਹੀ ਹੈ ਚੇਂਜ ਕਾਫੀ, ਹੁਣ ਤਾਂ ਬਹੁਤ ਫਰਕ ਪੈ ਰਿਹਾ ਹੈ। मैंने तो ये मेरे बहू बेटा जो खुश रहो है ना चारों का चारों, तो मन पैसे की जरूरत नहीं है ना, मन पैसा में मोह है। तो ये सबसे बड़ा गहना, ये चारों बच्चे मेरे सबसे बड़ा गहना मेरा यही है जो अच्छे डाल रह रहे से परिवार एकजुट होकर रह रहा है। मेरी यही चाह जो मेरी पहले तो मेरा जो ससुरा था ना वो यूं ही कहा करता क्योंकि तेरे अंकल रहो 6 भाई, तो यूं ही कहा करता भाई मेरा जी उनती जी बटेरा ना पाइयो। तो उनने तेरे अंकल ने बाप की मननी, अच्छा वो सुरगवास हो गया उसका। फिर मेरी सास कहने लग गई भाई तेरे पापा की हमने माननी तो ही मेरी मान लो। तो हमारा देख लो मेरी लड़की का भी 2 लड़का हो रहा है, बड़ा हो रहा है। तो मेरी सास जी ने ना अपना देख लो बटेरा नहीं पाया बिल्कुल भी, उसका मरण के बाद भी कई साल हमने नहीं पाया। फिर वो मेरे देवर बोला भाई देख आपके भी बच्चे हैं तो अब तुम ठेका ठाका ले लिया करो मार दो। फिर लेने लग गए। तो हमारा पीछे परिवार है ना वो भी उनका नेचर भी बहुत बढ़िया है। ये भी हम जावागा कोई हम न्यू नहीं है भाई अलग मंगू, हाँ ना बिल्कुल भी नहीं। देखो 1-2 तो परिवार में थोड़ा सा गुस्सेल हो एक आधा तो है ना, सारा अच्छा होगा तो लड़ाई मतलब मुंह मोटे वो किस तरह होंगे है ना। तो जो आप जो घमंड दिखाओ अपना इन तो दिखावा है ना, बगाना तो कोई सुना नहीं गा। तो एक बारी मेरे लिए फोन आया हरियाणा ते कि सिंह की वर्गी बहू मन भी ढूंढ दूंगी जरूर पक्का। तो राज भी बन के दिखाइयो ना। तू कब एक बहू आवेगी मैं बैठूंगी, हरियाणा में तो यही है, मैं बैठूंगी और बहू मेरा काम करे। ये आजकल अड़िया में नहीं होगा भाई, बराबर करना पड़ेगा, अपना बच्चा समझ के रखना पड़ेगा। कहनी इस तरह ही रखूंगी तो कोई नहीं ढूंढ दूंगी, क्या बात है। पर एक चीज और भी है, चाहे सस ना काम करे है ना, बस सस खुश भी रहे ना, ये भी बहुत वड्डी चीज है। ये मैंने नोट करी है, चाहे सस बिल्कुल ना काम करे खुश फिरे ना, कर लेगा माहौल अच्छा होना चाहिए हाँ घर च माहौल ही एवें दा होगा। सस दा मुंह नूं आई करे, सस पता ही नहीं किस गल ते, क्योंकि मैंने देखे है मेरे फ्रेंड सर्कल च है एवें, ਉਹ ਕਹਿਣਗੀਆਂ ਅਸੀਂ ਆਫਿਸ ਤੋਂ ਜਾਂਦੇ ਆ ਪਤਾ ਹੀ ਨਹੀਂ ਹੁੰਦਾ ਸੱਸ ਦਾ ਅੱਜ ਗੁੱਸਾ ਕਿਉਂ ਹੈ, ਅੱਧਾ ਟਾਈਮ ਤਾਂ ਉਹਨਾਂ ਦਾ ਐਂ ਲੰਘ ਜਾਂਦਾ ਵੀ ਗੁੱਸਾ ਕਿਉਂ ਹੈ। ਇਹ ਚੀਜ਼ ਬਹੁਤ ਹੈ ਅੱਜ ਦੇ ਟਾਈਮ 'ਚ ਵੀ। ਫਿਰ ਅੱਧੀਆਂ ਸੱਸਾਂ ਇਹ ਕਹਿੰਦੀਆਂ ਅਸੀਂ ਤੁਹਾਡੇ ਬੱਚੇ ਨੂੰ ਰੱਖਦੇ ਆ। ਦੇਖੋ ਇਹ ਵੀ ਚੀਜ਼ ਹੈ। ਹੁਣ ਮੇਰੇ ਬੱਚੇ ਨੂੰ ਮੈਂ ਦੱਸਾਂ ਮੈਨੇ ਅੱਜ ਤੱਕ ਕਦੇ ਉਸ ਨੂੰ ਬਰਸ਼ ਨਹੀਂ ਕਰਵਾਇਆ, ਕਦੇ ਨਵਾਇਆ ਨਹੀਂ, ਬਹੁਤ ਰੇਅਰ। ਤਾਂ ਕਦੇ ਇਹਨਾਂ ਨੇ ਮੈਨੂੰ ਇਹ ਚੀਜ਼ ਸੁਣਾਈ ਨਹੀਂ ਵੀ ਅਸੀਂ ਤੇਰੇ ਬੱਚੇ ਨੂੰ,
ਮੈਨੂੰ ਇੰਨਾ ਪਤਾ ਮੈਂ ਉਹਦਾ ਧਿਆਨ ਨਹੀਂ ਰੱਖ ਸਕਦੀ, ਮੈਂ ਉਸਨੂੰ ਖਵਾ ਨਹੀਂ ਸਕਦੀ, ਮੇਰੇ 'ਚ ਇੰਨਾ ਪੇਸ਼ੈਂਸ ਨਹੀਂ ਹੈ ਕਿ ਮੈਂ ਘੰਟਾ ਲਾ ਕੇ ਉਸਨੂੰ ਖਵਾਵਾਂ। ਪਰ ਮੰਮੀ ਤੇ ਪਾਪਾ ਉਹਨਾਂ ਨੇ ਹੀ ਖਵਾਉਣਾ। ਉਹ ਮਨ ਵੀ ਨਹੀਂ ਲਗਾ ਹੁੰਦਾ ਹਮਾਰੇ ਬਿਨਾ ਮਨ ਕਈ ਵਾਰੀ ਉਹ ਸਾਡੇ ਵੀ ਨਾ ਰਹਿ ਜਾਊਗਾ। ਜਿਵੇਂ ਇਹਨਾਂ ਨੇ ਕਿਤੇ ਆਊਟ ਆਫ ਸਟੇਸ਼ਨ ਜਾਣਾ 2 ਦਿਨ 1 ਦਿਨ, ਉਹ ਨਾਲ ਹੀ ਜਾਊਗਾ, ਉਹ ਰਹਿੰਦਾ ਹੀ ਨਹੀਂ। ਅੱਛੀ ਗੱਲ ਹੈ ਆਂਟੀ। ਕਿ ਵੀ ਹੁੰਦਾ ਜਿੱਦਾਂ ਕੁੜੀਆਂ ਨੇ ਜਦੋਂ ਵਿਆਹ ਕਰਾਉਣਾ ਹੁੰਦਾ ਤਾਂ ਸ਼ੁਰੂ 'ਚ ਉਹਨਾਂ ਨੂੰ ਬਸ ਸੱਸ ਦੀ ਹੀ ਟੈਨਸ਼ਨ ਹੁੰਦੀ ਹੈ ਨਾ ਕਿ ਸੱਸ ਕਿਵੇਂ ਹੋਊਗੀ। ਅਤੇ ਕੋਈ ਵੀ ਕੁੜੀ ਇੱਦਾਂ ਨਹੀਂ ਸੋਚਦੀ ਕਿ ਮੈਂ ਉੱਥੇ ਜਾ ਕੇ ਲੜਾਈ ਕਰਨੀ ਆ ਜਾਂ ਮੈਂ ਤਾਂ ਇੱਦਾਂ ਦੀ ਰਹੂੰਗੀ। ਕੋਈ ਵੀ ਨਹੀਂ ਕੁੜੀ ਸੋਚਦੀ, ਸਾਰੀਆਂ ਕੁੜੀਆਂ ਇਹੀ ਸੋਚਦੀਆਂ ਕਿ ਅਸੀਂ ਵਧੀਆ ਰਹਿਣਾ, ਖੁਸ਼, ਗੱਲਾਂ ਵਧੀਆ ਹੋਣ, ਆਪਸ 'ਚ ਗੱਲਬਾਤ ਹੁੰਦੀ ਰਹੇ ਸੱਸ ਨਾਲ, ਮਤਲਬ ਲੜਾਈ ਝਗੜਾ ਨਾ ਹੋਵੇ। ਸਾਰੀਆਂ ਇਹੀ ਸੋਚ ਕੇ ਹੀ ਵਿਆਹੁੰਦੀਆਂ ਨੇ ਕਿ ਅੱਗੇ ਜਾ ਕੇ ਸਿਚੁਏਸ਼ਨ ਪਲਟ ਜਾਂਦੀ। मैं तो यही कहूँ, जो पहले वाली सास थी ना वो थोड़ी सी और नेचर की थी, और जो ई वाली सास हैं वो तो बहुत समझदार हैं। तकरीबन कोई 100 तो 1 होगी जो अपना घर वो करे है, उन्हें सब पता। ज्यादा करके जिसके छोरी वो है, खुद की छोरी वो है, तो वो सास तो नहीं करेगी फिर बहुआ साथ, वो तो अच्छी करेगी। ਨਹੀਂ ਪਰ ਮੈਂ ਦੇਖੀਆਂ ਬਹੁਤ, ਮਤਲਬ ਜਿਨ੍ਹਾਂ ਦੇ ਕੁੜੀਆਂ ਵੀ ਆ ਨਾ, ਮੈਂ ਉਹ ਵੀ ਦੇਖੀਆਂ ਨੇ ਸੱਸ ਨੂੰਹਾਂ ਨੂੰ ਨਹੀਂ ਸਮਝਦੀਆਂ। ਕਿਉਂਕਿ ਮੈਂ ਤਾਂ ਜਿਵੇਂ ਬਾਹਰ ਅੰਦਰ ਜਾਂਦੀ ਹਾਂ, ਆਫਿਸ ਜਾਂਦੀ ਹਾਂ, ਮੈਂ ਤਾਂ ਖੁਦ ਦੇਖਦੀ ਹਾਂ ਉਹਨਾਂ ਦੀਆਂ ਚੀਜ਼ਾਂ। पर ये है जो हमारी छोरी है, जितना की शादी हो रही है हमारा घर में, सब छोरी सास का मैं से, सब एक भी अलग नहीं है, सब छोरी सास का मैं है। क्योंकि पता ना हमने संस्कार ऐसा दिया है कि पता ना वो समझदार खुद बनी है। एक भी छोरी हमारी सास तो पर नहीं, सब सास का मैं। ਮੈਨੂੰ ਐਵੇਂ ਲੱਗਦਾ ਹੈ ਮਤਲਬ ਅੱਜ ਦੇ ਟਾਈਮ 'ਚ ਲਗਾ ਲਓ ਜਾਏ ਵੀ ਸੱਸ ਸਹੁਰਾ ਹੋਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਔਰ ਚਾਹੇ ਕੰਟਰੋਲ 'ਚ ਰਿਹਾ ਜਾਂਦਾ ਹੈ, ਔਰ ਚਾਹੇ ਸੱਸ ਸਹੁਰਾ ਜਿੰਨੇ ਮਰਜ਼ੀ ਸਟ੍ਰਿਕਟ ਲਗਾ ਲਓ, ਫਨੀ ਵੀ ਲਗਾ ਲਓ, ਥੋੜਾ ਬਹੁਤ ਡਰ ਨੂੰਹ ਨੂੰ ਹੋਣਾ ਜ਼ਰੂਰੀ ਹੈ। ਮੈਂ ਤਾਂ ਹਮੇਸ਼ਾ ਤੋਂ ਹੀ ਸੋਚਦੀ, ਚਾਹੇ ਅਸੀਂ ਵੀ ਹਾਂ ਸਾਨੂੰ ਡਰ ਹੈ, ਚਾਹੇ ਅਸੀਂ ਜਿੰਨੇ ਮਰਜ਼ੀ ਫਰੈਂਕ ਆ, ਪਰ ਫੇਰ ਵੀ ਮੈਨੂੰ ਇੰਨਾ ਦਾ ਔਰ ਪਾਪਾ ਦਾ ਬਹੁਤ ਡਰ ਹੈ। ਤੇ ਘਰ ਐਵੇਂ ਹੀ ਚੱਲਦਾ ਹੈ। ਜਿਵੇਂ ਤੁਸੀਂ ਆਹ ਸਾਰੀਆਂ ਗੱਲਾਂ ਸੁਣੀਆਂ, ਜਿਹੜੇ ਵੀ ਪਰਿਵਾਰਿਕ ਲੋਕ ਨੇ ਉਹ ਇਹ ਚੀਜ਼ਾਂ ਨੂੰ ਰਿਲੇਟ ਕਰ ਰਹੇ ਹੋਣਗੇ, ਜਾਂ ਫਿਰ ਮੈਨੂੰ ਲੱਗਦਾ ਅੱਜ ਦਾ ਪੋਡਕਾਸਟ ਤਾਂ ਸਾਰੀਆਂ ਨੂੰਹਾਂ ਨਾ ਆਪਣੀ ਸੱਸ ਨੂੰ ਦਿਖਾਉਣਗੇ ਜਿੱਥੇ ਪ੍ਰੋਬਲਮ ਆ ਰਹੀ ਹੈ ਕਿ ਮੰਮੀ ਆਹ ਦੇਖੋ ਜਰਾ, ਆਹ ਪੂਰਾ ਪੋਡਕਾਸਟ ਦੇਖੋ ਜਰਾ, ਕੀ ਉਹਦਾ ਨੇਚਰ 'ਚ ਚੇਂਜ ਆ ਜਾਏ ਕੁਝ ਵੀ। ਕਿਉਂਕਿ ਆਂਟੀ ਜੀ ਵੀ ਕਹਿ ਰਹੇ ਨੇ ਕਿ ਮੈਨੂੰ ਵੀ ਕਿਸੇ ਨੇ ਹੀ ਕਿਹਾ ਸੀਗਾ ਕਿ ਤੂੰ ਇੱਦਾਂ ਰਹਿਣਾ ਨੂੰਹਾਂ ਨਾਲ। ਕੋਈ ਦੱਸਦਾ ਤਦ ਹੀ ਪਤਾ ਲੱਗਦਾ ਹੈ। ਤਾਂ 2-3 ਜਾਣੇ ਨੇ ਉਹ ਚੀਜ਼ ਤਾਂ ਉਹਨਾਂ ਨੇ ਮਾਈਂਡਸੈਟ ਨੂੰ ਉੱਦਾਂ ਹੀ ਰੱਖਿਆ ਕਿ ਠੀਕ ਹੈ ਮੈਂ ਵੀ ਇਸ ਤਰੀਕੇ ਨਾਲ ਰਹੂੰਗੀ, ਬੁਢਾਪਾ ਕੱਢਣਾ ਤਾਂ ਮੇਰੇ ਲਈ, ਮੇਰੇ ਬੱਚਿਆਂ ਨੇ ਤਾਂ ਕੰਮ 'ਤੇ ਜਾਣਾ, ਇੱਕ ਨੇ ਵਿਆਹੀ ਜਾਣਾ, ਤਾਂ ਬਹੂ ਹੀ ਆ ਜਿਹਨੇ ਮੈਨੂੰ ਸਾਂਭਣਾ। ਤਾਂ ਇੱਦਾਂ ਦੀ ਸੋਚ ਅਗਰ ਹੋਵੇ ਤਾਂ ਬਹੁਤ ਚੰਗੀ ਚੀਜ਼ ਲੱਗਦੀ। ਅਤੇ ਮੈਨੂੰ ਲੱਗਦਾ ਪਰਿਵਾਰ ਇੱਦਾਂ ਹੀ ਜੁੜ ਕੇ ਰਹਿੰਦਾ ਜੇ ਸਾਰੇ ਆਪਣੀ ਡਿਊਟੀ ਸਮਝ ਲੈਣ ਕਿ ਹਾਂ ਇੱਥੇ ਮੇਰਾ ਆਹ ਦਿਮਾਗ ਹੋਣਾ ਚਾਹੀਦਾ, ਇੱਥੇ ਆਹ ਹੋਣਾ ਚਾਹੀਦਾ। ਬਾਕੀ ਨੋਕ ਝੋਕ ਹਾਸਾ ਮਖੌਲ ਹੁੰਦਾ ਰਹਿੰਦਾ, ਉਹਨੂੰ ਬੈਠ ਕੇ ਹੀ ਸੋਲਵ ਕਰ ਲਿੱਤਾ ਜਾਂਦਾ ਤਾਂ ਵਧੀਆ ਲੱਗਦਾ ਹੈ ਨਾ। ਮਤਲਬ ਜ਼ਿਆਦਾ ਲੋਕਾਂ ਨੂੰ ਜਾ ਕੇ ਦੱਸੋ ਕਿ ਇਹ ਹੋ ਰਿਹਾ, ਉਹ ਫਿਰ ਫੈਲਦੀ ਰਹਿੰਦੀ ਹੈ ਚੀਜ਼। ਅਤੇ ਹੈਡਸ ਆਫ ਕਿ ਤੁਸੀਂ ਇਹ ਚੀਜ਼ ਚਲਾ ਰਹੇ ਹੋ, ਬਹੁਤ ਅੱਛੀ ਗੱਲ ਹੈ, ਬਹੁਤ ਸੋਹਣੀ ਗੱਲ ਹੈ। ਅਤੇ ਆਂਟੀ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ ਰੀਲ ਦੇ ਵਿੱਚ, ਇਹ ਮਤਲਬ ਸਭ ਦੇ ਫੇਵਰੇਟ ਹੋ ਤੁਸੀਂ। ਮੈਨੂੰ ਲੱਗਦਾ ਮੈਂ ਆ ਕਪਲ ਪੋਡਕਾਸਟ ਤਾਂ ਕਰਨਾ ਨਹੀਂ, ਮੈਂ ਸਿਰਫ ਸਾਸੂ ਮਾਂ ਕਰਕੇ ਕੀਤਾ, ਮੈਂ ਆਂਟੀ ਨੂੰ ਮਿਲਣਾ। ਬਹੁਤ ਅੱਛਾ ਲੱਗਿਆ, ਥੈਂਕ ਯੂ ਸੋ ਮਚ। ਬੜਾ ਕੁਝ ਤੁਹਾਡੇ ਤੋਂ ਸਿੱਖਣ ਨੂੰ ਮਿਲਿਆ ਆਂਟੀ, ਸ਼ੁਕਰੀਆ ਤੁਸੀਂ ਇਸ ਸੋਚ ਨੂੰ ਅੱਗੇ ਲੈ ਕੇ ਜਾ ਰਹੇ ਹੋ। ਮਤਲਬ ਇਹ ਸਾਡੇ ਲਈ ਬਹੁਤ ਵੱਡੀ ਚੀਜ਼ ਹੈ, ਅਸੀਂ ਇੱਥੇ ਤੱਕ ਆਏ ਕਿਉਂਕਿ ਮੈਨੂੰ ਲੱਗਦਾ ਸਾਡੀ ਫੈਮਿਲੀ 'ਚੋਂ ਵੀ ਔਰ ਇਹਨਾਂ ਦੀ ਫੈਮਿਲੀ 'ਚੋਂ ਵੀ ਅਸੀਂ ਸ਼ਾਇਦ ਫਸਟ ਹੋਵਾਂਗੇ ਜੋ ਇੱਥੇ ਤੱਕ ਆਏ। ਤਾਂ ਡ੍ਰੀਮ ਆਂਟੀ ਨੂੰ ਜਦੋਂ ਪਤਾ ਲੱਗਿਆ ਸ਼ੂਟ ਕਰਨ ਜਾਣਾ ਮਨਾ ਤਾਂ ਨਹੀਂ, 1 ਮਿੰਟ 'ਚ ਰੈਡੀ, ਹਾਂ चलो कदों चलना। क्योंकि घर पर तो तकरीबन नाइट कोई किसी ने आना नहीं जाना नहीं, देखो तो मैं क्या हल्का फुल्का है। जब इसने कहना मम्मी करना फट, इससे भी पहले मैं तैयार होंगी, मैं कहूंगी ना मम्मी रील बनानी है, वीडियो बनानी, मैं 1 मिनट से रेडी हो गई, तो हुई बस। हाँ ਮੈਨੂੰ ਸੇ ਆਂਟੀ ਸ਼ਾਇਦ ਇਹ ਨਾ ਕਹਿਣ ਕਿ ਮਤਲਬ ਮੈਂ ਨਹੀਂ ਕੈਮਰੇ ਸਾਹਮਣੇ ਬੋਲਣਾ। नहीं बोलन च नहीं है, ये कर लेंदे हैं। हाँ कर लिया न्यू कोई नहीं भाई, जिस तरह बोल लिया उस तरह तो बोल ही ले। वहाँ भाई देखो कई बोली चल रहे हैं, जैसे बहू मेरी दोनों पंजाब की हैं तो इनके साथ तो पंजाब की चल लगी, जो ये ड्यूटी चली गई फिर फटाफट हरियाणवी चल लगी मेरी, फटाफट हरियाणवी चल लगी मेरी भी, तेरे अंकल की भी और मेरा लड़का की भी। अच्छा, सबकी हरियाणवी चल लेंगी। फिर आंटी जैसे आप हिंदी बोल रहे हो, हिंदी हरियाणवी हिंदी वाली ये कि पंजाबी है उच्च भी नहीं, वो प्योर बोलो हरियाणवी च गल करो हुन। हरियाणवी तो बोल रही हूँ ना, हिंदी नहीं आ रही, हिंदी थोड़ी थोड़ी अटकती। अच्छा जिमी मेरी जैसे मेरी लड़की है वो भिवानी उसकी शादी हुई है तो उनके बच्चे बोलते हैं,
उनका सारा परिवार क्योंकि पढ़ा लिखी फैमिली है तो उनके हिंदी चलती है। अच्छा। तो पहले तो मैंने ऐसे रहा था, बोलती थी उनके साथ। मैंने कहा ये तो भैया बोलते हैं मैं तो भैया में फंस गई भाई, बिहारियाँ में। तो अब आदत पड़ गई। अब ये मेरा वाला जो पोता है ये भी हिंदी बोलता है, स्कूल में भी अब हिंदी सिखाने लग गए ना, तो इसलिए मैं हिंदी उनसे सीखी हूँ। जो मेरी लड़की का सास सहुरे जो परिवार है ना, हिंदी उनके साथ में हिंदी बोलनी पड़ती है। हाँ, तो पंजाबी में सीखी न, मेरे तो सिर के ऊपर का जाया करती। हाँ, मैंने तो ये बुलवा लो, ये गाँव की जितनी मर्जी बुलवा लो उतनी फास्ट बोल दूंगी, और ये पंजाबी में भी थोड़ी थोड़ी अटक जाऊँ। अब तो ਹੋਰ ਤੁਹਾਨੂੰ ਕੀ ਸ਼ੌਂਕ ਨੇ? शौक सारे हैं बेटा, मैंने सारे। ਮੈਂ ਦੱਸ ਤਾਂ ਰਹੀ ਹਾਂ, ਮੰਮੀ ਦਾ ਟੈਲੈਂਟ ਲੁਕਿਆ ਹੋਇਆ ਸੀ। शौक सारे हैं। ਮੰਮੀ ਨੂੰ ਸਵੀਮਿੰਗ ਕਰਵਾ ਕੇ ਦੇਖ ਲਓ, ਫਸਟ ਹੋਣਗੇ। ਅਸੀਂ ਜਾਂਦੇ ਆ ਨਾ ਜੇ ਵਾਟਰ ਪਾਰਕ, स्विमिंग च करवा लो, फर्स्ट होंगे। खाने तो लेके ऑर्डर पहन ताई सब शौक है मेरे। मन कोई अच्छा तो अच्छा खुआ दे, अच्छा अच्छा तो माड़ा खा लूंगी, अच्छा बढ़िया भी खा लूंगी, माड़ा भी खा लूंगी। इन्होंने कदे ऐ नहीं किया भी आ नहीं पाना, मैं कुछ भी लिया दा इन्हां ना, मम्मी नहीं तुसी आप पाओ। बस मैंने ये जीन्स टॉप ना पवाओ और मन कुछ वो नहीं। वो छोटे वाली बोली मम्मी की बार जो गुड़गा में आओगे ना जीन्स टॉप में करना, ये मत ना, और जो मर्जी परा दियो मेरे ताई, फ्रॉक परा दियो वो भी पहन लूंगी, पर भाई ये पैंट पुंट ना मैंने परा। पर वो मन लग गया है, ये परा देंगी वो भी। हाँ, बस अगला पॉडकास्ट जीन टॉप में ही करना, क्योंकि जो मेरा जो पहले चाह नहीं पूरा हुआ ना, तो ये दोनों बहुएं मेरी चाह पूरी कर रही हैं अब। अब गुड़गांव में गए थे तो मम्मी ये ले ले वो ले ले, मैंने ये नहीं लूंगी, मैं ये लूंगी। कह मम्मी अब तो सब पा रहे हैं, मैं नहीं। ये बाजार में जाओगी तो मम्मी ये लो, मैं नहीं, ये नहीं लेना। तो इब्बा तो नहीं कहूँ सुन नहीं नहीं, और कितना नहीं नहीं करूँगी, फिर कह दूंगी ले लो। फिर यूँ भी होगा। तो न्यू करके फैमिली हमारी इसलिए चल रही है। एक ने न्यू कह दी ने मम्मी ये चीज़ खानी है, चाहे मैंने खानी नहीं हो, यानी कि मैं तलिया हुआ बहुत कम खाऊं, और बच्चा ने चाह है, तो अगर मैंने न्यू कह दिया कि नहीं, तो देखो एक का कारण ही 3 का मुंह भी क्यों बंद कराया मैंने। मैं कहूँगी ले आओ खा लेंगे, चाहे मैंने थोड़ा सा खाना पड़े, इनका साथ में मैं जरूर खाऊं, क्योंकि इनका चाह पूरा हो जाए। देखो ठीक है, ये भी कोई कोई सोचता है। हाँ हाँ, बहुत अच्छी बात। अच्छा, जो मैंने न्यू कह दी नहीं मैंने नहीं खाना, तो इन्हें लेना भी नहीं। हाँ, और एक बात और है, जो मैंने जो रिश्तेदारी मिली है ना, वो मेरी बहुत बहुत बढ़िया, वो भी मेरा फुल चाह पूरा करें से। इसकी मम्मी ने भी फ़ोन लगाना, जो छोटे वाली बहू है उसकी भी, उन्हें भी फ़ोन लगाना, उसने मेरे साथ जो दुख सुख करना उसने वह मेरे साथ करें। इसकी मम्मी कई दिन नहीं आओगी तो मैं कहूँगी सिंकी या तो तेरी मम्मी लवे ले चल मन, या तेरी मम्मी ने उरा बुला ले। मैंने उसका इतना वो आवागा, मतलब भाई कितना दिन मिली नहीं, तो न्यू ही वो छोटे वाली है, वो अगर थोड़ा दिन फ़ोन नहीं करूँगी ना तो या वह कर लेगी या फिर मैं खुद। न्यू नहीं है, मैं लड़के वाली तो मैं क्यों फ़ोन करूँ, मैं खुद कर लूँगी। तो ये जो रिश्तेदारी जो मैंने मिली है ना, ये मैंने स्वर्ग मिला है। हाँ, बहुत बढ़िया। कि पता नहीं मैं उनकी लड़कियों को खुश देखना चाहूँ सू, भाई अच्छी डाल कर रखूँ, तय मेरा वो कर रहे हैं, देखो बहुत कर रहे हैं, मतलब बहुत ज़्यादा कर रहे हैं वो। कोई चीज़ इन नहीं देंगे मेरी आवागी, कहीं ये तेरी मम्मी की है ये चीज़, ये तेरे लिए नहीं है। वो भी न्यू ही चाहूँ से मैंने, न्यू नहीं है भाई आपकी बेटी की दही से, इनकी नहीं देंगी, मेरी चीज़ पहुँचाएगी उन्होंने। आंटी आपके नेचर के कारण ही है ये सब, से कुछ भी लगा लो। हाँ, पर मैं ये सोचूं मैंने कोई मोती दान कराऊंगा, जो मैंने ये रिश्तेदारी, ये मैंने लड़कियां मिली बेटी मंगू, ये मेरा सबसे बड़ा सपना है। हाँ, क्योंकि मैंने खुद हमारे मोहल्ला में काम बिगड़ता देखा है, तो मैं नहीं कहूँगी संभाल लो इसने, जो घर का जो बड़ा हुआ है ना वो थोड़ा संभाल ले तो शायद समझ जाएगा, काम बिगड़ेगा नहीं। मेरी तो ये नेचर है। बहुत ਵਧੀਆ। हाँ, अच्छा, एक बार ਆਡੀਅנס ਨੂੰ ਦੱਸ ਦਿਓ ਤੁਹਾਡਾ ਪੇਜ ਕਿਹੜਾ, ਸੋ ਦੈਟ ਤੁਹਾਨੂੰ ਫੋਲੋ ਕਰ ਲੈਣ ਤੇ ਵੀਡੀਓਜ਼ ਦੇਖਣ। ਸਾਡਾ ਫੇਸਬੁੱਕ ਤੇ ਪੇਜ ਹੈ ਸ਼ਿੰਕੀ ਕੌਸ਼ਿਕ ਆਫੀਸ਼ੀਅਲ ਦੇ ਨਾਮ ਤੇ, ਔਰ YouTube ਤੇ ਵੀ ਸ਼ਿੰਕੀ ਕੌਸ਼ਿਕ ਆਫੀਸ਼ੀਅਲ ਦੇ ਨਾਮ ਤੇ, ਇੰਸਟਾ ਤੇ ਵੀ ਹੈ ਸ਼ਿੰਕੀ ਕੌਸ਼ਿਕ ਦੇ ਨਾਮ ਤੇ। ਸ਼ਿੰਕੀ ਸਾਡੇ ਪੇਜ ਨੂੰ ਫੋਲੋ ਕਰਿਓ, ਲਾਈਕ ਵੀ ਕਰਿਓ ਸਾਡੀ ਵੀਡੀਓਜ਼, ਬਿਲਕੁਲ। ਸਾਡੇ ਸੱਸ ਨੂੰ ਨੂੰ ਹੋਰ ਵੀ ਪਿਆਰ ਦਿਓ। ਆਂਟੀ ਕੁਝ ਜਾਣਦੇ ਜਾਣਦੇ ਕੋਈ ਮੈਸੇਜ ਦੇਣਾ ਚਾਹੁੰਦੇ? बिल्कुल। मतलब ਅਸੀਂ ਸ਼ਾਇਦ ਸਾਨੂੰ ਇੱਥੇ ਤੱਕ ਆਉਣ ਦਾ ਮੌਕਾ ਮਿਲਣਾ ਹੀ मैं ਨਹੀਂ तो ਸੀ कदे ਨਾ, देख ये चंडीगढ़ तो कदे देखा ही नहीं था। ਤਾਂ ਪਹਿਲੇ ਤਾਂ ਤੁਹਾਡਾ ਥੈਂਕ thank ਯੂ you। ਕਿ ਤੁਸੀਂ ਸਾਨੂੰ ਮੌਕਾ ਦਿੱਤਾ ਇੱਥੇ ਤੱਕ ਆਉਣ ਦਾ। ਮਤਲਬ ਮੈਂ ਉਹੀ ਦੱਸ ਕੇ ਹਟੀ ਨਾ ਕਿ ਸਾਡੀ ਫੈਮਿਲੀ 'ਚ ਦੂਰ ਦੂਰ ਤੱਕ ਕੋਈ ਇੱਥੇ ਤੱਕ ਪਹੁੰਚੇ ਨਹੀਂ। ਮਤਲਬ ਮੇਰੇ ਲਈ ਤਾਂ ਇਹ ਡ੍ਰੀਮ ਹੀ ਹੈ ਜੋ ਮੇਰਾ ਅੱਜ ਪੂਰਾ ਹੋਇਆ। ਮੈਨੂੰ ਬਹੁਤ ਸ਼ੌਂਕ ਹੈ ਇਹ ਪੋਡਕਾਸਟ ਲਗਾ ਲਓ ਜਾਂ ਇਹ, ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਮੇਰੀ ਸਟੋਰੀ ਸਾਰੀ ਸੁਣੀ ਹੈ ਨਾ, ਸਾਨੂੰ ਇੰਨਾ ਪ੍ਰੇਜ਼ ਕਰ ਰਹੇ ਹੋ, ਬਿਕੋਜ਼ ਬਹੁਤ ਖੁਸ਼ ਹੋ ਰਹੇ ਹਾਂ ਉਹਨਾਂ ਕਰਕੇ ਗਏ ਆ ਤੁਸੀਂ ਇੱਥੇ, ਆ ਸਮਝ ਲਓ। ਆਂਟੀ ਕੁਝ ਜਾਂਦੇ ਜਾਂਦੇ ਆਡੀਅנס ਨੂੰ ਕਹਿਣਾ ਚਾਹੁੰਦੇ?
ਸੱਸ ਨੂੰ ਲੈ ਕੇ सस नून लेके बस ये कहना चाहूँ हूँ, जो अपने बहुआओं हैं उनने बेटी बना के चलो, तो जो अपनी अपन यही सोच के चलना कि मेरी बेटी तो रहे खुश और बहुआ ने नौकरानी बना के रखा, तो वो नहीं। जो अपनी बेटी खुश रहे तो यही सोच के चलो उतनी मेरी बहू भी खुश रहनी चाहिए। तो मेरी तो यही सोच है भाई, जो भी कोई वीडियो सुनता हो तो यूं ही राखियो भी बेटियां ने प्यार दो ना उतना ही अपनी बहुआ ने दो, तो अपना जो नरक है ना वो स्वर्ग बन जाए। बहुआ ਲਈ ਵੀ ਕਹੋ, बहुआ सिर ते चढ़ जाएगी। बहुआ ले भी यही कमासा, ये भी ना सोचियो आंटी ने बोल दिया तो ज्यादा चामड़न की जरूरत नहीं है भाई। हाँ कदे कह दे भाई आंटी ने तो ज्यादा, मैं भाई छोरी छारिया ने भी ज्यादा सिर पर को नहीं धरूंगी। आके बेचारा बुजुर्ग सुधा हूँ और आके खरा माटी गड़ाए बुजुर्ग है जो आके खरामाटी कर दी से, तो वो भी नहीं होना चाहिए भाई। उनने भी लिमिट में रहना चाहिए। जो पीछे माँ बाप ने जो अच्छा समझे तो आगे सास ससुर ने भी माँ बाप समझो। ये नहीं है ये मेरा ससुर है ये मेरी सास है, तो ये सोच लिया पाप के माँ बाप पीछे छोड़ के आओ, तो ये अगला जो मिले हैं ये धर्म के माँ बाप मिले हैं, तो माँ बाप करके समझ के रहो। सास ससुर मत समझो तो उनका अच्छा गुजारा होगा, टाइम पास बहुत बढ़िया होगा। बस मैं यही कहना चाहूँ। बहुत बहुत शुक्रिया इतनी दूर से आप थैंक टाइम यू निकाल कर आए। थैंक यू। ਨਹੀਂ ਤਾਂ ਉਲਟਾ ਅਸੀਂ ਤੁਹਾਨੂੰ ਥੈਂਕ ਯੂ ਕਰਾਂਗੇ ਕਿ ਤੁਸੀਂ ਸਾਨੂੰ ਮੌਕਾ ਦਿੱਤਾ। कल इसने बताया मैंने, मम्मी फोन आया चंडीगढ़ से मैसेज आया मैंने है, मैंने इसने बारी बारी यूं ही कहा सिंकी उनका कोई मैसेज आया कि मम्मी हाँ, तो बात कर ले। अगला संडे ने फिर हमने जो छोटी बहू की जो खाना है ना उसका मामा करेंगे, तो उस दिन टाइम नहीं है। और शनिवार है तो शनिवार ने ये तिया का प्रोग्राम में जाऊंगी तो टाइम नहीं, तो क्यों ना ਆਪਾਂ ਕੱਲ ले चलिए, तो तुरंत टाइम बना चलो भाई निकलो। हाँ फटाफट सवेरे। ਬਹੁਤ ਲੋਕਾਂ ਦਾ ਸੁਪਨਾ ਹੋਣਾ ਹਜੇ ਵੀ ਕਿ ਅਸੀਂ ਇੱਥੇ ਤੱਕ ਆਈਏ, ਔਰ ਕਈਆਂ ਨੂੰ ਇਹ ਵੀ ਲੱਗਦਾ ਹੋਣਾ ਵੀ ਇਹ ਕੀ ਹੈ, ਇਹ ਤਾਂ ਨਾਰਮਲ ਚੀਜ਼ਾਂ, ਪਰ ਸਾਡੇ ਲਈ ਇਹ ਬਹੁਤ ਵੱਡੀ ਚੀਜ਼ ਸੀ। ਤੁਸੀਂ ਸਾਨੂੰ ਮੌਕਾ ਦਿੱਤਾ ਇੰਨਾ। बारी बारी बुलाइयो, जब जब बुलाओगे जब जब पूछांगे। बिल्कुल बिल्कुल। हम एपिसोड ही शुरू करते हैं सस नु वाला, शायद इसी से समाज बदल जाए। ਪਹਿਲੇ ਹੀ ਸਟਾਰਟ ਕਰਿਆ ਸੀ ਸੱਸ ਨੂੰ ਸ਼ੋ, ਇੱਕ ਜੋ ਸਾਡਾ ਚੱਲਦਾ ਹੀ ਰਹਿੰਦਾ, ਮਤਲਬ ਮੇਨਲੀ ਮੇਰੇ ਆ ਟੌਪਿਕਸ ਹੁੰਦਾ ਹੀ ਹੈ। ਓਕੇ ਠੀਕ है। क्योंकि उरे आके मैंने न्यू नहीं लग गया, मैंने यूं लग गया जिस तरह ये मेरे बच्चे बैठे हैं, बिल्कुल ओपरा नहीं लग गया मतलब वो लोग राकी, तो हमने भी बहुत अच्छा लग गया। उरा के बहुत बढ़िया लग गया, टेम का पता ही नहीं लग गया अब टेम क्यों कर निकल गया। हाँ क्योंकि बेटा तू भी ऐ ला ले, मेरी बेटी ये वर्गी कि मेरी बेटी का रूप में देखा यार, यो जो छोरा बैठा है यो मेरा बेटा का रूप में ही देखा मैंने। हाँ शुक्रिया बहुत शुक्रिया, थैंक यू बेटा। ਸੋ ਇਹ ਪੋਡਕਾਸਟ ਮੇਰਾ, ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਫੇਵਰੇਟ ਸੀਗਾ। ਹੁਣ ਜੋ ਗੱਲਾਂ ਹੋਈਆਂ ਉਸ ਤੋਂ ਬਾਅਦ ਵੀ ਤੁਹਾਨੂੰ ਵੀ ਵਧੀਆ ਲੱਗ ਰਿਹਾ ਹੋਏਗਾ, ਔਰ ਇਹ ਪੋਡਕਾਸਟ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇੱਕ ਚੰਗੀ ਚੀਜ਼ ਨੂੰ ਸਮਾਜ ਤੱਕ ਪਹੁੰਚਾਇਆ ਜਾਵੇ। ਸ਼ਾਇਦ ਇਸੇ ਨਾਲ ਚੀਜ਼ਾਂ ਠੀਕ ਹੋਣ, ਤੁਹਾਡੀ ਲਾਈਫ ਠੀਕ ਹੋਵੇ, ਤੁਹਾਡਾ ਘਰ ਦਾ ਮਾਹੌਲ ਸੋਹਣਾ ਹੋ ਜਾਵੇ। ਘਰ ਦੇ ਵਿੱਚ ਟੀਵੀ ਹੈ ਨਾ ਵੱਡੇ ਸਾਰੇ, ਬਸ ਉੱਚੀ ਆਵਾਜ਼ ਕਰਕੇ ਲਾ ਦਿਓ ਪੋਡਕਾਸਟ, ਬਸ ਚੱਲਣ ਦਿਓ, ਸਾਰਿਆਂ ਨੂੰ ਸੁਣਨਾ ਚਾਹੀਦਾ। ਬਾਕੀ ਐਕਸਪ੍ਰੈਸ ਕਰਨਾ ਸਿੱਖੋ, ਜੇ ਕੋਈ ਗੱਲ ਹੈ ਮਨ 'ਚ ਇੱਕ ਵਾਰ ਬਿਠਾ ਕੇ, ਚਾਹੇ ਉਹ ਸੱਸ ਹੈ ਨੂੰਹ ਹੈ, ਮਤਲਬ ਇੱਕ ਪਿਆਰ ਨਾਲ ਗੱਲ ਕਰੋ, ਕੀ ਪਤਾ ਉਸੇ ਨਾਲ ਚੀਜ਼ਾਂ ਠੀਕ ਹੋ ਜਾਣ। ਨੂੰਹ ਦੀਦੀ ਦੀ ਬਹੁਤ ਤਾਰੀਫ ਆ, ਕੋਈ ਵੀ ਇੱਦਾਂ ਦੀ ਨੂੰਹ ਨਹੀਂ ਹੁੰਦੀ ਜੋ ਸੋਚੇ ਕਿ ਮੈਂ ਆਪਣੀ ਸੈਲਰੀ ਦੇਣੀ ਆ ਜੀ ਉੱਥੇ ਦੇਣੀ, ਨਹੀਂ ਕੋਈ ਨਹੀਂ, ਉਹ ਆਪਣੇ ਪਿੱਛੇ ਦਾ ਜ਼ਰੂਰ ਸੋਚਦੀ ਆ ਬਟ ਅੱਗੇ ਦਾ ਕੋਈ ਹੀ ਸੋਚਦੀ ਆ। ਸੋ ਬਹੁਤ ਜ਼ਿਆਦਾ ਤਾਰੀਫ ਹੈ, ਬਹੁਤ ਸੋਹਣੀ ਸੋਚ ਹੈ ਦੋਵਾਂ ਦੀ। ਮੈਨੂੰ ਤਾਂ ਬਹੁਤ ਅੱਛਾ ਲੱਗਿਆ ਮਿਲ ਕੇ। ਜਾ ਕੇ ਇਹਨਾਂ ਦੇ ਪੇਜ ਨੂੰ ਫੋਲੋ ਕਰ ਲਓ ਅਤੇ ਸੋਹਣੇ ਸੋਹਣੇ ਕਮੈਂਟ ਕਰਿਓ। ਬਣੇ ਰਹੋ ਸਾਡੇ ਨਾਲ, ਧੰਨਵਾਦ।